ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ। ਜਿਵੇਂ ਕਿ ਤੁਸੀਂ ਉੱਪਰ ਲਿਖਿਆ ਦੇਖ ਹੀ ਲਿਆ ਹੋਊਗਾ, ਅਤੇ ਵੈਸੇ ਵੀ ਥੰਬਨੇਲ ਤੋਂ ਪਤਾ ਲੱਗ ਹੀ ਗਿਆ ਕਿ ਕੱਟ ਆਫ ਦੀ ਇੱਕ ਬੜੀ ਐਕਸਪਰਟ ਪ੍ਰੈਡਿਕਸ਼ਨ ਦੇ ਰਿਹਾ ਮੈਂ ਹੁਣ। ਠੀਕ ਆ, ਜਿਵੇਂ ਕਿ ਸਾਰੇ ਐਕਸਪਰਟਸ ਪਹਿਲਾਂ ਦੇ ਹੀ ਚੁੱਕੇ ਆ, ਬਟ ਦੇਖੋ ਆਲਮੋਸਟ ਤੁਹਾਨੂੰ ਕੱਟ ਆਫ ਦਾ ਪਤਾ ਲੱਗ ਹੀ ਗਿਆ। ਬਟ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਨਾ, ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਟਵਾਰੀ ਦੀ ਕੱਟ ਆਫ ਦੀ ਵੀ ਵੀਡੀਓ ਪਈ ਹੋਈ ਹੈ। ਬਹੁਤ ਪੁਰਾਣੀ ਹੈ, 1 ਸਾਲ ਪੁਰਾਣੀ ਹੈ। ਸਪੈਸ਼ਲੀ ਉਹਨਾਂ ਦਿਨਾਂ ਦੀ ਜਦੋਂ ਪਟਵਾਰੀ ਦੇ ਪ੍ਰੀ ਦੀ ਕੱਟ ਆਫ ਵੱਡੇ ਵੱਡੇ ਐਕਸਪਰਟ 90 ਜਾਂ 95 ਦੱਸ ਰਹੇ ਸੀ। ਅਤੇ ਮੈਂ ਉਦੋਂ ਵੀ ਕਿਹਾ ਸੀ ਕਿ 65 ਤੋਂ 70 ਦੇ ਵਿੱਚ, ਪ੍ਰਸਾਈਜ਼ਲੀ ਮੈਂ ਕਿਹਾ ਸੀ ਕਿ 65 ਤੋਂ 70 ਦੇ ਵਿੱਚ, ਅਤੇ 67 ਜਾਂ 68 ਨੰਬਰ ਦੇ ਨੇੜੇ ਤੇੜੇ ਵਾਲੇ ਜਿਹੜੇ ਸੀ ਉਹ ਪ੍ਰੀਲਿਮਸ ਕਲੀਅਰ ਕਰਕੇ ਮੇਨਸ 'ਚ ਚਲੇ ਗਏ ਸੀ। ਤਾਂ ਉਦੋਂ ਵੀ ਮੈਂ, ਨਾ ਹੀ ਤਾਂ ਮੇਰੇ ਕੋਲ ਕੋਈ ਸੰਸਾਧਨ ਆ, ਨਾ ਹੀ ਮੇਰੇ ਕੋਲ ਐਡੀ ਕੋਈ ਤਗੜੀ ਟੀਮ ਆ, ਨਾ ਹੀ ਕੋਈ ਬਹੁਤ ਵੱਡਾ ਪਲੇਟਫਾਰਮ ਹੈ ਕਿ ਜਿੱਥੇ ਅਸੀਂ ਇਹ ਦੱਸ ਸਕੀਏ ਸਰਵੇ ਕਰਾ ਕੇ ਕਿ ਕੱਟ ਆਫ ਕਿੰਨੀ ਕੁ। PPSC ਦੇ ਪੇਪਰਾਂ ਦੀ ਤਿਆਰੀ ਕਰਾਉਣਾ, ਉਸੇ ਤਜਰਬੇ ਤੋਂ ਹੀ ਦੱਸੂਗਾ ਕਿ ਕੱਟ ਆਫ ਕਿਵੇਂ ਕੁ ਬਣਦੀ ਹੁੰਦੀ ਹੈ ਜਾਂ ਕਿੰਨੇ ਕੁ ਨੰਬਰ ਵਾਲੇ ਲੱਗਦੇ ਆ। ਦੇਖੋ, ਇਹਦੇ ਨਾਲ ਸਭ ਤੋਂ ਇੰਪੋਰਟੈਂਟ ਚੀਜ਼ ਇਹ ਵੀ ਹੋਊਗੀ ਕਿ ਆਉਣ ਵਾਲੇ PPSC ਦੇ ਐਗਜ਼ਾਮ ਕਿਵੇਂ ਕਰੈਕ ਕਰੀਏ। ਅਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਵੀ ਦੱਸੂਗਾ ਕਿ ਹੁਣ ਅੱਗੇ ਤੁਹਾਨੂੰ ਨਾ ਲਗਾਤਾਰ ਕੱਲ੍ਹ ਜਾਂ ਪਰਸੋਂ ਤੱਕ 2-3 ਦਿਨ ਵੀਡੀਓ ਆਉਣਗੀਆਂ ਕਿ ਸਾਡੇ ਕਿਰਾਏ 'ਚੋਂ ਆ ਤਾਂ ਉਹਨਾਂ ਗੱਲਾਂ 'ਤੇ ਵੀ ਸਾਰੀ ਗੱਲ ਕਰਾਂਗੇ। ਅਤੇ ਫਿਰ ਐਂਡ 'ਚ ਮੈਂ ਇਹ ਵੀ ਦੱਸੂਗਾ ਕਿ ਜੇ ਤੁਸੀਂ ਇੱਧਰੋਂ ਉੱਧਰੋਂ ਵਿਹਲੇ ਹੋ ਗਏ ਅਤੇ ਤੁਹਾਨੂੰ ਲੱਗ ਗਿਆ ਪਤਾ। ਵੈਸੇ ਦੇਖੋ, ਜਿਨ੍ਹਾਂ ਨੇ ਤਾਂ ਨਵੀਂ ਤਿਆਰੀ ਕਰਨੀ ਹੋਊਗੀ ਉਹਨਾਂ ਵਾਸਤੇ ਤਾਂ ਮੇਰੀ ਨੇਕ ਸਲਾਹ ਹੀ ਆ ਕਿ ਸਾਡੇ ਪਲੇਟਫਾਰਮ ਤੋਂ ਦੂਰ ਹੀ ਰਹੋ। ਉਹਦੀ ਵਜ੍ਹਾ ਹੈ ਕਿਉਂਕਿ ਅਸਲ 'ਚ ਨਾ ਜਦੋਂ ਦਾ ਇਹ ਔਨਲਾਈਨ ਟਾਈਪ ਟਰੈਂਡ ਚੱਲਿਆ ਨਾ, ਤਾਂ ਹਰ ਇੱਕ ਨੂੰ ਲੱਗਦਾ ਹੈ ਕਿ ਮੈਂ ਸ਼ਾਇਦ 2-4 ਮਹੀਨਿਆਂ 'ਚ ਪੜ੍ਹੂੰਗਾ ਅਤੇ ਮੇਰਾ ਪੇਪਰ ਕਰੈਕ ਹੋ ਜਾਊਗਾ। ਉਹ ਮੈਂ ਇਹੀ ਚਾਹੁੰਦਾ ਹੁੰਦਾ ਕਿ ਉਹਨਾਂ ਦਾ ਇੱਕ ਵਾਰ ਵਹਿਮ ਨਿਕਲ ਜੇ, ਉਸ ਤੋਂ ਬਾਅਦ ਹੀ ਉਹ ਸੀਰੀਅਸਲੀ ਤਿਆਰੀ ਸ਼ੁਰੂ ਕਰਨ। ਅਤੇ ਮੈਂ ਵੀ ਇਹ ਚਾਹੁੰਦਾ, ਕਿਉਂਕਿ ਜਦੋਂ ਅਸੀਂ YouTube 'ਤੇ ਜਦੋਂ ਦੀਆਂ ਪੜ੍ਹਾਈਆਂ ਚੱਲੀਆਂ ਨਾ, ਨੋ ਡਾਊਟ ਅਸੀਂ ਵੀ ਇਹਦੇ ਤੋਂ ਬਹੁਤ ਕੁਛ ਕਮਾਇਆ ਹੈ। ਬਟ ਇਹਦੇ ਥੱਲੇ ਜਿਹੜੇ ਕਮੈਂਟ ਹੁੰਦੇ ਆ, ਉਹਨਾਂ ਕਮੈਂਟਾਂ ਦੇ ਲੈਵਲ ਤੋਂ ਸਾਨੂੰ ਇਹ ਵੀ ਸਮਝ ਆ ਜਾਂਦੀ ਆ ਕਿ ਆਹ ਵਾਲਾ ਤਾਂ ਬੰਦਾ ਨਹੀਂ ਲੱਗ ਸਕਦਾ ਕਿਤੇ। ਸੋ ਇਹਨਾਂ ਸਾਰੀਆਂ ਚੀਜ਼ਾਂ 'ਤੇ ਗੱਲ ਕਰੂੰਗਾ ਮੈਂ ਅੱਜ, ਅਤੇ ਕਰਨੀ ਵੀ ਚਾਹੀਦੀ ਹੈ। ਅਤੇ ਸਪੈਸ਼ਲੀ ਜਿਹੜੀ ਇੱਕ ਸਟ੍ਰੈਟੇਜੀ ਹੋਊਗੀ ਨਾ ਕਿ PPSC ਦੇ ਐਗਜ਼ਾਮ ਕਿਵੇਂ ਕਲੀਅਰ ਕਰਨੇ ਚਾਹੀਦੇ ਆ। ਠੀਕ ਆ, ਆਖਰ PPSC ਦੇ ਐਗਜ਼ਾਮ ਕਲੀਅਰ ਕਰਨ ਦੀ ਕੀ ਸਟ੍ਰੈਟੇਜੀ ਹੋਣੀ ਚਾਹੀਦੀ ਹੈ, ਅਤੇ ਕਿੰਨਾ ਤੋਂ ਬਚਣਾ ਹੈ, ਅਤੇ ਕਿੱਥੇ ਤਿਆਰੀ ਕੀਤੀ ਜਾ ਸਕਦੀ ਆ ਹਰ ਇੱਕ ਉਹ ਚੀਜ਼। ਠੀਕ ਆ, ਪਹਿਲਾਂ ਜਿਹੜੇ ਵਾਸਤੇ ਤੁਸੀਂ ਸਪੈਸ਼ਲੀ ਇਹ ਵੀਡੀਓ ਔਨ ਕੀਤੀ ਹੈ, ਪਹਿਲਾਂ ਆਪਾਂ ਉਹਦੇ 'ਤੇ ਗੱਲ ਕਰ ਲਈਏ। ਠੀਕ ਆ, ਅਤੇ ਸਪੈਸ਼ਲੀ ਮੇਰੀ ਉਹਨਾਂ ਵਿਦਵਾਨਾਂ ਨੂੰ ਵੀ ਬੇਨਤੀ ਹੈ ਕਿ ਜਿਨ੍ਹਾਂ ਨੂੰ ਐਂ ਲੱਗਦਾ ਹੋਊਗਾ ਕਿ ਇਹ ਐਟੀਟਿਊਡ ਆ, ਠੀਕ ਆ, ਉਹ ਪਲੀਜ਼ ਪਹਿਲਾਂ ਇਹ ਜ਼ਰੂਰ ਸਮਝ ਲੈਣ ਕਿ ਮੈਂ ਕਿਸ ਪੁਆਇੰਟ ਆਫ ਵਿਊ ਨਾਲ ਗੱਲ ਕਰ ਰਿਹਾ। ਕਿਉਂਕਿ ਮੈਨੂੰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਬਹੁਤ ਸਾਰੀ ਤਿਆਰੀ ਕਰ ਰਹੇ ਹੋ, ਬਹੁਤ ਸਾਰੀ ਐਨਰਜੀ ਵੇਸਟ ਕਰ ਰਹੇ ਹੋ, ਤਾਂ ਐਟਲੀਸਟ ਇੰਨਾ ਕੁ ਤਾਂ ਸਬਰ ਰੱਖੋ ਕਿ ਪੇਪਰ ਨੂੰ ਕਲੀਅਰ ਕਰਨ 'ਚ ਕਿੰਨਾ ਟਾਈਮ ਲੱਗਦਾ ਹੈ, ਉਹਦੇ ਵਾਸਤੇ ਕਿੰਨੀ ਤਿਆਰੀ ਕਰਨੀ ਜ਼ਰੂਰੀ ਹੈ। ਤਾਂ ਖੈਰ ਦੇਖੋ, ਜੇ ਅਸੀਂ ਕੋਆਪਰੇਟਿਵ ਇੰਸਪੈਕਟਰ ਦੀ ਇਸ ਸਾਲ ਦੇ ਜੋ ਪੇਪਰ ਹੋਇਆ ਹੈ, ਇਹਦੀ ਕੱਟ ਆਫ ਨੂੰ ਪ੍ਰੈਡਿਕਟ ਕਰਨ ਵਾਸਤੇ ਸਮਝੀਏ ਤਾਂ ਇੱਕ ਚੀਜ਼ ਬੜੀ ਸਾਫ਼ ਆ। ਤੁਹਾਡੇ 'ਚੋਂ ਸ਼ਾਇਦ ਕਿਸੇ ਨੇ ਇਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਜਾਂ ਕਿਸੇ ਨੂੰ ਇਹ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਭਈ ਜਿਹੜੇ ਪਟਵਾਰੀ 'ਚ 150 ਜਾਣੇ ਉਹਨਾਂ ਨੇ ਬੁਲਾਏ ਆ, ਜਿਹੜੇ ਪਟਵਾਰੀ 'ਚ 150 ਜਾਣੇ ਉਹਨਾਂ ਨੇ ਬੁਲਾਏ, ਉਹਨਾਂ ਦੇ ਨੰਬਰ ਕਿੰਨੇ ਆਏ ਆ। ਮੈਨੂੰ ਨਹੀਂ ਪਤਾ ਕਿ ਉਹ ਪੇਪਰ ਨੂੰ 2.5 ਨਾਲ ਗੁਣਾ ਕਰਨਾ ਹੈ ਕਿ 4 ਨਾਲ। ਮੈਂ ਤਾਂ ਸਿਰਫ 120 ਦੇ ਹਿਸਾਬ ਨਾਲ ਦੱਸੂੰਗਾ। ਅਤੇ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਾਂ, ਜਿਹੜੇ ਬੱਚਿਆਂ ਦੇ ਉਹਦੇ 'ਚ 75 ਨੰਬਰ ਵੀ ਬਣੇ ਸੀ ਨਾ, 76, 75, 78, ਉਹਨਾਂ ਨੂੰ ਵੀ 150 ਜਾਣਿਆਂ 'ਚ ਕਾਲ ਆਈ ਹੈ। ਅਤੇ ਤੁਸੀਂ ਉਸ ਪੇਪਰ ਨੂੰ ਸਮਝ ਕੇ ਦੇਖੋ, ਉਸ ਪੇਪਰ 'ਚ ਜਿਹੜੇ 40 ਨੰਬਰ ਸੀ ਨਾ, ਉਹਨਾਂ 'ਚੋਂ ਹਰ ਇੱਕ ਵਾਸਤੇ ਆਸਾਨ ਸੀ ਮੈਥ ਰੀਜ਼ਨਿੰਗ ਦੇ 20 ਕੁ ਨੰਬਰ ਲੈਣੇ, 20 ਤੋਂ 22 ਨੰਬਰ ਲੈਣੇ। ਚਲੋ 20 ਲੈ ਲਓ, ਮੰਨ ਲੈਂਦੇ ਆਪਾਂ 20 ਨੰਬਰ। ਇੱਥੇ ਵੀ ਸਿਰਫ 30 ਤੋਂ 32 ਨੰਬਰ ਲੈਣੀ ਮੈਥ 'ਚ ਸੌਖੇ ਸੀਗੇ, ਉਸ ਤੋਂ ਅੱਗੇ ਜਾ ਕੇ ਮੈਥ ਟਫ ਹੁੰਦਾ ਜਾਂਦਾ ਸੀ। ਹਾਂ, ਜੇ ਤੁਹਾਡੇ 'ਚ ਕੋਈ ਕਹਦੇ ਐਕਸਪਰਟ ਉੱਠ ਕੇ ਕਹਿਣਗੇ ਕਿ ਜੀ ਮੈਨੂੰ ਤਾਂ ਮੈਥ ਦੇ 40 ਦੇ 40 ਆਉਂਦੇ ਸੀ, ਭਰਾਵਾ ਤੈਨੂੰ ਆਉਂਦੇ ਹੋਣਗੇ। ਅਸੀਂ ਜਨਰਲ ਪ੍ਰੈਡਿਕਸ਼ਨਸ ਦੀ ਗੱਲ ਕਰ ਰਹੇ ਹਾਂ, ਤਾਂ ਮੈਥ ਤਕਰੀਬਨ 10 ਤੋਂ 12 ਨੰਬਰ ਦਾ ਐਜ ਦੇ ਰਿਹਾ ਸੀਗਾ ਇੱਥੇ, ਸਪੈਸ਼ਲੀ ਜੇ ਅਸੀਂ ਨੈਬ ਤਹਿਸੀਲਦਾਰ ਦੇ ਕੰਪੈਰੇਟਿਵਲੀ ਗੱਲ ਕਰੀਏ। ਦੂਸਰੀ ਜ਼ਿਆਦਾ ਇੰਪੋਰਟੈਂਟ ਗੱਲ ਇਹ ਆ ਕਿ GK ਇਸ ਵਾਰ ਬਹੁਤ ਟਫ ਸੀਗੀ ਐਜ਼ ਕੰਪੇਅਰ ਟੂ ਨੈਬ ਤਹਿਸੀਲਦਾਰ ਦੀ GK। ਨੋ ਡਾਊਟ 1 ਲਾਈਨਰ ਕੁਐਸਚਨ ਸੀਗੇ, ਬਟ ਉਹ ਵੀ ਐਡੇ ਸਿੱਧੇ ਨਹੀਂ ਸੀ।
ਤੇ ਜਿਹੜੇ ਕਹਿੰਦੇ ਸੀਗੇ ਹੁਣ ਤੁਹਾਡੇ ਚੋਂ ਨਾ ਬਹੁਤ ਵਿਦਵਾਨ ਇਹੋ ਜਿਹੇ ਇਕੱਠੇ ਹੋ ਜਾਣਗੇ YouTube ਤੇ ਸਪੈਸ਼ਲੀ ਪੜਾਉਣ ਵਾਲੇ, ਕਿ ਜਿਹੜੇ ਇਹ ਕਹਿਣਗੇ ਕਿ ਸਾਡੇ ਪੜਾਏ ਹੋਏ 40-45 ਕੁਐਸਚਨ ਜੀਕੇ 'ਚ ਡਾਇਰੈਕਟ ਆ ਗਏ। ਉਹਨਾਂ ਨੂੰ ਇੱਕ ਗੱਲ ਪੁੱਛ ਲਿਓ ਕਿ ਉਹਨਾਂ 45 ਕੁਐਸਚਨਾਂ ਨਾਲ ਪੇਪਰ ਕਲੀਅਰ ਹੋਣਾ ਹੈ? ਕਨਾਲਸ ਚੋਂ ਸਵਾਲ ਆਇਆ ਸੀ, ਪੰਜਾਬ ਦੀਆਂ ਕਨਾਲਸ ਚੋਂ, ਕੀ ਉਹਨਾਂ ਨੇ ਕਦੀ ਕਰਾਇਆ? ਤੇ ਮੈਂ ਇਹ ਨਹੀਂ ਦਾਅਵਾ ਕਰਦਾ ਕਿ ਮੈਂ ਕਰਾਇਆ ਕਿ ਨਹੀਂ ਕਰਾਇਆ, ਜਿਨ੍ਹਾਂ ਨੇ ਕੋਰਸ ਲਿਆ ਹੋਇਆ ਹੈ ਉਹਨਾਂ ਨੇ ਪੰਜਾਬ ਕਨਾਲਸ ਵਾਲਾ ਚੈਪਟਰ ਪੜ੍ਹਿਆ ਹੋਊਗਾ। ਦੂਸਰੀ ਗੱਲ, ਉਹਨਾਂ ਨੂੰ ਇਹ ਪੁੱਛ ਕੇ ਦੇਖਿਓ ਕਿ ਐਪਰੋਪਰੀਏਸ਼ਨ ਬਿੱਲ ਦੀ ਇੰਨੀ ਡਿਟੇਲ ਕਰਾਈ ਆ ਜਿੰਨੀ ਉਹ ਪੇਪਰ 'ਚ ਪੁੱਛੀ ਆ। ਉਹ ਸਿਆਣਿਓ, ਤੁਹਾਨੂੰ ਆਪ ਤਾਂ ਪਤਾ ਹੀ ਆ ਕਿ ਭਾਈ ਗੌਰਮੈਂਟ ਆਫ ਇੰਡੀਆ ਐਕਟ 1935 ਐਪਰੋਪਰੀਏਸ਼ਨ ਬਿੱਲ, ਸ਼ਬਦ ਤਾਂ ਸਾਰੀ ਜਗ੍ਹਾ 'ਤੇ ਲਿਖੇ ਹੁੰਦੇ ਆ। ਜਿਹੜੇ 4-4 5-5 ਕੁਐਸਚਨਸ ਦਾ ਦਾਅਵਾ ਕਰਦੇ ਆ ਉਹ ਤਾਂ ਪੁਰਾਣੇ ਪੇਪਰਾਂ ਦੇ ਸਵਾਲ ਆ ਜੀ। ਫਲਾਣੀ ਜਗ੍ਹਾ ਤੋਂ ਕਿਹੜਾ ਵਿਜ਼ਿਟਰ ਆਇਆ ਉਹ ਕਿਹਨੂੰ ਨਹੀਂ ਪਤਾ ਹੋਊਗਾ, ਜਾਂ ਹੋਰ ਜਿਹੜੇ ਵੀ ਕੁਐਸਚਨਸ ਦਾ ਕੋਈ ਦਾਅਵਾ ਕਰੂਗਾ ਫਲਾਣਾ ਲੇਖਕ ਕੌਣ ਆ, ਆਹ ਕੌਣ ਆ, ਇਹ ਤਾਂ ਆਮ ਸਵਾਲ ਆ। ਰੌਲਾ ਪੈਂਦਾ ਕਿ ਉਹਨਾਂ ਸਵਾਲਾਂ 'ਤੇ ਕਿ ਆਕਲੈਂਡ ਨੇ ਕਿਹਨੂੰ ਭੇਜਿਆ ਸੀਗਾ। ਤੁਸੀਂ ਬ੍ਰਿਟਿਸ਼ ਐਂਡ ਨੇਬਰਿੰਗ ਸਟੇਟਸ ਵਾਲਾ ਚੈਪਟਰ ਜਿਹੜਾ ਹੈ ਉਹ ਪੜ੍ਹ ਕੇ ਦੇਖਿਓ, ਆਕਲੈਂਡ ਪੜ੍ਹ ਕੇ ਦੇਖਿਓ, ਤੁਹਾਨੂੰ ਨਾਮ ਹੀ ਪਤਾ ਲੱਗੂਗਾ। ਗੱਲ ਇਹ ਨਹੀਂ ਹੁੰਦੀ ਕਿ ਸਾਨੂੰ ਆਹ ਚੀਜ਼ ਕਿਵੇਂ ਕਰਾਈ ਹੋਈ ਹੈ ਜਾਂ ਆਹ ਚੀਜ਼, ਕਿਉਂਕਿ ਗੱਲ ਉਸ ਚੀਜ਼ ਦੀ ਆ ਜਿਹੜੀ ਡੈਪਥ 'ਚ ਜਾ ਕੇ ਆਈ ਆ। ਉਹਨਾਂ 10 ਸਵਾਲਾਂ ਨੇ ਤੁਹਾਡਾ ਸਾਰੀ ਖੇਡ ਨੂੰ ਵਿਗਾੜਨਾ ਹੈ। ਉਹਨਾਂ 10-15 ਸਵਾਲਾਂ ਤੇ ਜਾ ਕੇ ਤੁਹਾਡੀ ਸਮਝ ਜਿਹੜੀ ਆ ਉਹ ਪਤਾ ਲੱਗਣੀ ਆ। ਖੈਰ, ਆਪਣੇ ਪੁਆਇੰਟ 'ਤੇ ਵਾਪਸ ਆਉਂਦੇ ਹਾਂ, ਆਪਾਂ ਜ਼ਿਆਦਾ ਉਲਝਦੇ ਵੀ ਨਹੀਂ ਇਹਨਾਂ ਚੀਜ਼ਾਂ 'ਚ, ਬਿਕੋਜ਼ ਮੈਨੂੰ ਇੰਨਾ ਪਤਾ ਹੈ ਕਿ PPSC ਨੂੰ ਲੈ ਕੇ ਸਾਡੇ ਪੰਜਾਬ ਦੇ ਵਿੱਚ, ਮੈਂ ਤਾਂ ਅੱਜ ਵੀ ਕਹਿੰਦਾ, ਮੈਂ ਜਦੋਂ PPSC ਦਾ ਪਿੱਛੇ ਜੇ ਇੱਕ ਐਨਾਲਿਸਟ ਦਾ ਪੇਪਰ ਹੋਇਆ ਸੀ ਤਾਂ ਆਪਣੀ ਹੀ ਟੀਮ ਦੇ ਮੈਂਬਰ ਦਾ ਕਰੈਕ ਹੋਇਆ ਸੀਗਾ 120 ਚੋਂ 70 ਨੰਬਰਾਂ ਤੇ 71 ਨੰਬਰਾਂ ਤੇ। ਮੈਂ ਉਦੋਂ ਵੀ ਉਹਨੇ ਮੈਨੂੰ ਇੱਕੋ ਗੱਲ ਕਹੀ ਸੀ ਕਿ ਜੀ 71 ਨੰਬਰਾਂ ਵਾਲਾ ਮੇਰੇ ਬਹੁਤ ਮੇਰੇ ਨੇੜੇ ਤੇੜੇ ਦੇ ਲੋਕ ਕਹਿ ਰਹੇ ਸੀ 71 ਨੰਬਰ 120 'ਚ ਬਹੁਤ ਘੱਟ ਆ, ਪੇਪਰ ਬਹੁਤ ਆਸਾਨ ਆ। ਤੇ ਮੈਂ ਹਮੇਸ਼ਾ ਕਹਿੰਦਾ ਪੰਜਾਬ 'ਚ ਕੰਪੀਟੀਸ਼ਨ ਹੀ ਹੈਗਾ PPSC 'ਚ। ਵਜ੍ਹਾ ਤੁਸੀਂ ਆਪ ਦੇਖ ਕੇ ਦੇਖ ਲਓ, ਬਿਕੋਜ਼ ਅਸੀਂ ਅੰਨਿਆਂ ਵਾਂਗ ਤਿਆਰੀ ਕਰ ਰਹੇ ਹਾਂ। ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇੱਕ ਪੇਪਰ ਦੀ ਤਿਆਰੀ ਦਾ ਸਭ ਤੋਂ ਵੱਡਾ ਮੁੱਢ ਹੁੰਦਾ ਥੋਰੋਲੀ ਉਹਨੂੰ ਤਿਆਰੀ ਕਰਨਾ। ਤੁਸੀਂ ਆਪ ਦੇਖੋ, ਇੱਕ ਪੇਪਰ 'ਚ PPSC ਦੇ ਇੱਕ ਪੇਪਰ 'ਚ 120 ਚੋਂ 70-71 ਨੰਬਰ ਵਾਲਾ ਬੰਦਾ ਲੱਗ ਰਿਹਾ ਹੈ ਤੇ 150 ਜਾਣਿਆਂ 'ਚ 76 ਨੰਬਰ ਵਾਲੇ ਨੂੰ ਨਾਇਬ ਤਹਿਸੀਲਦਾਰ 'ਚ ਕਾਲ ਆ ਰਹੀ ਹੈ। ਲਿਟਰਲੀ ਕਦੀ ਸ਼ੀਸ਼ੇ 'ਚ ਖੜ ਕੇ ਦੇਖੋ, ਇਟ ਮੀਨਸ ਕਿਤੇ ਨਾ ਕਿਤੇ ਅਸੀਂ ਤਿਆਰੀ ਤੋਂ ਖੁਦ ਦੂਰ ਹਾਂ। ਪੇਪਰ ਵੀ ਰੇਂਜ 'ਚ ਨੇ, ਸਭ ਕੁਛ ਆ, ਪਰ ਉਹਦੀ ਵਜ੍ਹਾ ਕੀ ਆ? ਅਸੀਂ ਬਹੁਤ ਥੋੜ੍ਹੇ ਸਮੇਂ 'ਚ ਬੜੇ ਥੋੜ੍ਹੀ ਜਿਹੀ ਜਗ੍ਹਾ ਤੋਂ ਸਾਰੀ ਤਿਆਰੀ ਕਰਕੇ ਉਹ ਪੇਪਰ ਦੇਣਾ ਚਾਹੁੰਦੇ ਹਾਂ। ਹਾਂ, ਹਰ ਪੇਪਰ ਕੀ ਕਰਦਾ ਹੈ, ਹਰ ਪੇਪਰ ਦੇ ਵਿੱਚ GK ਦੇ 80 ਸਵਾਲ ਆਏ ਆ ਨਾ, 40-45 ਸੌਖੇ ਹੋਣਗੇ। ਉਹਨਾਂ 45 ਨੂੰ ਕਰਕੇ ਸਾਨੂੰ ਐਂ ਲੱਗਦਾ ਕਿ ਜੇ ਅਸੀਂ 45 ਤੱਕ ਐਵੇਂ ਪਹੁੰਚ ਗਏ ਹਾਂ ਤੇ ਅਗਲੇ 45 ਤੱਕ ਵੀ ਉਵੇਂ ਹੀ ਪਹੁੰਚ ਜਾਵਾਂਗੇ। ਉਹ ਅਗਲੇ 45 ਤੱਕ ਪਹੁੰਚਣ ਵਾਸਤੇ ਕੀ ਹੁੰਦਾ ਹੈ, ਪਹਿਲੇ 3 ਗੇੜੇ ਜਿਹੜੇ ਆ ਉਹਦਾ ਤੇ ਚੌਥੇ ਗੇੜੇ ਦਾ ਆਪਸ 'ਚ ਬਹੁਤ ਫਰਕ ਹੁੰਦਾ, ਜਦੋਂ ਇੱਕ ਗਰਾਊਂਡ ਦੇ 4 ਗੇੜੇ ਕੱਢਣੇ ਹੁੰਦੇ ਆ। ਤੁਸੀਂ ਇਸ ਪੇਪਰ 'ਚ ਆਏ ਹਰ ਸਵਾਲ ਦੀ ਡੈਪਥ ਨੂੰ ਦੇਖੋ। ਤੁਹਾਨੂੰ ਪਤਾ ਸਾਇੰਸ ਦੇ ਸਵਾਲ ਪੂਰੀ NCERT ਨੂੰ ਥੋਰੋਲੀ ਪੜ੍ਹਨ ਤੋਂ ਬਿਨਾਂ ਨਹੀਂ ਸੀ ਹੋ ਸਕਦੇ। ਮਾਡਰਨ ਹਿਸਟਰੀ ਦੀਆਂ ਕਰਨੋਲੋਜੀ 'ਚ ਦ੍ਰਿਸ਼ਟੀ IAS ਦੇ MCQ ਸੋਲਵ ਕਰੇ ਤੋਂ ਬਿਨਾਂ ਨਹੀਂ ਸੀ ਹੋ ਸਕਦੇ। ਤੇ ਅਸੀਂ ਬਹੁਤ ਵੱਡੇ ਪੱਧਰ 'ਤੇ ਪੜ੍ਹਾਈ ਦਾ ਮਜ਼ਾਕ ਉਡਾ ਚੁੱਕੇ ਹਾਂ PPSC ਦੀ, ਸਪੈਸ਼ਲੀ ਉਦੋਂ ਜਦੋਂ ਸਾਨੂੰ ਇੱਥੇ ਕਹਿ ਕੇ ਕੋਈ ਮੈਰਾਥਨ ਕਲਾਸ ਲਾ ਕੇ ਕਹਿ ਦਿੰਦਾ ਕਿ ਮੇਰੀ ਆ ਮੈਰਾਥਨ ਕਲਾਸ ਲਾ ਲਓ, ਤੁਹਾਡਾ PPSC ਦਾ ਕੋਆਪਰੇਟਿਵ ਦਾ ਪੇਪਰ ਆ ਗਿਆ। ਜੇ ਉਵੇਂ ਦੀਆਂ ਮੈਰਾਥਨਾਂ 'ਚੋਂ ਕੋਆਪਰੇਟਿਵ ਦੇ ਪੇਪਰ ਜਾਂ PPSC ਦੇ ਪੇਪਰ ਕਲੀਅਰ ਹੋਣ ਲੱਗ ਪਏ ਨਾ, ਤਾਂ ਹਰ ਕੋਈ PPSC 'ਚ ਗਰੁੱਪ B ਦੀ ਪੋਸਟ 'ਤੇ ਬੈਠਾ ਹੋਊਗਾ। ਸੋ ਇਹਨਾਂ ਚੀਜ਼ਾਂ ਦਾ ਬਹੁਤ ਸਮਝਣ ਦੀ ਗੱਲ ਹੈ, ਇਹਨਾਂ ਚੀਜ਼ਾਂ ਨੂੰ, ਕਿ ਅਸੀਂ ਇਹਨਾਂ ਪੇਪਰਾਂ ਦੀ ਤਿਆਰੀ ਨੂੰ ਲੈ ਕੇ ਕਿਵੇਂ ਸੰਜੀਦਾ ਹੋਵਾਂਗੇ। ਕੱਟ ਆਫ ਤਾਂ ਫਿਰ ਉੱਥੇ ਦੀ ਉੱਥੇ ਹੀ ਖੜੀ ਆ। ਮੈਂ ਅੱਜ ਵੀ ਲਿਖ ਕੇ ਦਿੰਦਾ ਕਿ 75 ਨੰਬਰ ਵਾਲਾ ਤਾਂ ਸੇਫ ਮੰਨੇ ਆਪਣੇ ਆਪ ਨੂੰ, ਬਿਕੋਜ਼ ਪੋਸਟਾਂ 200 ਤੋਂ ਪਲੱਸ ਹੀ ਆ। ਸ਼ਾਇਦ ਮੈਨੂੰ ਇਹ ਵੀ ਨਹੀਂ ਪਤਾ ਕਿ ਪੋਸਟਾਂ ਕਿੰਨੀਆਂ, ਪਰ ਸ਼ਾਇਦ 200 ਤੋਂ ਪਲੱਸ ਹੈਗੀਆਂ ਪੋਸਟਾਂ, ਜੇ ਮੇਰੀ ਜਾਣਕਾਰੀ ਜਿੱਥੋਂ ਤੱਕ ਹੈਗੀ ਆ। ਤਾਂ ਜੇ 150 ਬੱਚਾ ਨੈਬ ਦੇ ਪੇਪਰ 'ਚ ਬੁਲਾਇਆ ਨਾ 76 ਨੰਬਰ 'ਤੇ, ਤਾਂ ਪੇਪਰ ਆਲਮੋਸਟ ਓਨਾ ਹੀ ਔਖਾ ਸੀਗਾ। ਹਾਂ, ਨੈਬ ਦੇ ਪੇਪਰਸ ਤਾਂ ਉਹਨਾਂ ਜਿੱਦੀ ਲੋਕਾਂ ਨੇ ਵੀ ਪੇਪਰ ਦਿੱਤਾ ਜਿਹੜੇ ਉਸ ਤੋਂ ਪਹਿਲਾਂ PPSC ਦੇ ਵਧੀਆ ਪੋਸਟਾਂ 'ਤੇ ਲੱਗੇ ਹੋਏ ਆ ਅਤੇ ਉਹ ਸੰਜੀਦਗੀ ਨਾਲ ਤਿਆਰੀ ਕਰ ਰਹੇ ਆ। ਕਿਉਂਕਿ ਜਿਹੜਾ ਬੱਚਾ ਨਵੀਂ ਤਿਆਰੀ ਕਰ ਰਿਹਾ ਨਾ ਇਸ ਪੇਪਰ 'ਚ, ਉਹ ਤਾਂ ਭੁੱਲ ਜੇ, ਰੇਅਰੈਸਟ ਆਫ ਦੀ ਰੇਅਰੈਸਟ ਕੇਸ 'ਚ ਬਹੁਤ ਸੀਰੀਅਸ ਕੈਂਡੀਡੇਟਸ ਨੇ ਜਿਹੜੇ 6 ਮਹੀਨੇ ਦੀ ਤਿਆਰੀ ਨਾਲ ਇਸ ਪੇਪਰ ਨੂੰ ਕੱਢ ਜਾਣਗੇ। ਮੈਂ ਮੰਨਦਾ ਹੀ ਨਹੀਂ, ਬਹੁਤ ਘੱਟ, ਕਿਉਂਕਿ ਨਵਿਆਂ ਦਾ ਤਾਂ ਭੁਲੇਖਾ ਸੀਗਾ ਕਿ ਅਸੀਂ ਕੱਢ ਜਾਵਾਂਗੇ ਪੇਪਰ। ਇਸ ਪੇਪਰ ਦੇ ਵਿੱਚ ਸ਼ਾਂਤਾ ਕੁਮਾਰ ਕਮੇਟੀ, ਯਾਦ ਕਰੋ, ਮੈਨੂੰ ਨਹੀਂ ਯਾਦ, ਮੈਂ ਅੱਜ ਤੋਂ 1.5-2 ਸਾਲ ਪਹਿਲਾਂ, 2.5 ਸਾਲ ਪਹਿਲਾਂ, 3 ਸਾਲ ਪਹਿਲਾਂ ਜਦੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਰਿਫਾਰਮਸ ਪੜ੍ਹਾਉਂਦੇ ਹੁੰਦੇ ਸੀ ਅਸੀਂ, ਉਦੋਂ ਗੱਲਾਂ ਕਰਦੇ ਸੀਗੇ ਕਿ ਸ਼ਾਂਤਾ ਕੁਮਾਰ ਕਮੇਟੀ ਬਣੀ ਆ, ਉਹਨੇ ਕਿਹਾ ਕਿ ਇਸ ਦੇਸ਼ 'ਚ 75% ਨਹੀਂ 40% ਗਰੀਬ ਨੇ।
ਹਾਂ ਹੁਣ ਵੀ ਕਦੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਦੋਂ ਮੈਂ ਆਪਣੀ ਕਲਾਸ 'ਚ ਪੜ੍ਹਾਉਣਾ ਹੋਵੇ ਤਾਂ ਸ਼ਾਂਤਾ ਕੁਮਾਰ ਦਾ ਨਾਮ ਹਮੇਸ਼ਾ ਲੈਣਾ ਕਿ ਹਿਮਾਚਲ ਦਾ ਕੋਈ ਮੁੱਖ ਮੰਤਰੀ ਆਇਆ ਸੀਗਾ। ਤਾਂ ਗੱਲਾਂ ਦੇ ਨਾਲ ਪੇਪਰ ਕਲੀਅਰ ਕਦੇ ਵੀ ਨਹੀਂ ਹੋ ਸਕਦੇ, ਤੁਹਾਨੂੰ ਬਹੁਤ ਡੈਪਥ 'ਚ ਉਤਰਨਾ ਪਊਗਾ। ਤੁਸੀਂ ਕੀ ਕਹਿ ਸਕਦੇ ਹੋ ਕਿ ਹਾਂ ਅਸੀਂ ਮੈਡੀਵਲ ਹਿਸਟਰੀ ਦਾ ਆਹ ਕੁਐਸਚਨ, ਫਲਾਣਾ ਕੁਐਸਚਨ, ਆਹ ਵਾਲਾ, ਆਹ ਰਾਈਟਰਸ ਦਾ ਕੁਐਸਚਨ ਆਹ ਸਾਡੇ ਕਿਰਾਏ 'ਚੋਂ ਆ ਗਿਆ। ਕਿਰਾਏ 'ਚੋਂ ਆਏ ਨਾਲ ਪੇਪਰ ਕਲੀਅਰ ਨਹੀਂ ਹੋਣਾ। ਉਹ 10-15 ਨੰਬਰ ਦਾ ਡੀਪ ਕਰਾਇਆ ਹੋਇਆ ਜਿਹਦੇ ਨਾਲ ਤੁਹਾਡੇ ਪੇਪਰ 'ਚ ਫਰਕ ਪੈਣਾ ਹੈ, ਉਹ ਕਦੋਂ ਕਰੋਗੇ ਤੁਸੀਂ? ਉਹ ਕਿਵੇਂ ਕਵਰ ਕਰੋਗੇ? ਹੁਣ ਜੇ ਕੋਈ ਮੈਨੂੰ ਇਹ ਕਵੇ ਕਿ ਸਰ ਤੁਹਾਡਾ ਤੇ ਇੱਕੋ ਲੈਕਚਰ ਸੀਗਾ ਪੂਰਾ ਬਜਟ ਤੇ, ਅਸੀਂ ਪੂਰਾ ਪਾਰਲੀਮੈਂਟ 2 ਦਿਨਾਂ 'ਚ ਕਵਰ ਕਰਨਾ ਚਾਹੁੰਦੇ ਹਾਂ ਜਾਂ 2 ਲੈਕਚਰਸ 'ਚ ਕਵਰ ਕਰਨਾ ਚਾਹੁੰਦੇ ਹਾਂ, ਤੁਸੀਂ ਬਜਟ ਇੱਕੋ ਦਿਨ 'ਚ, ਬਈ ਉਹਨੂੰ ਤਾਂ ਬਜਟ ਪੂਰਾ 1.5 ਘੰਟਾ ਲੱਗੂਗਾ ਨਾ। ਜਿੰਨੇ ਆਰਟੀਕਲ 112 ਤੋਂ ਲੈ ਕੇ ਐਪਰੋਪ੍ਰੀਏਸ਼ਨ ਬਿੱਲ ਤੋਂ ਸ਼ੁਰੂ ਕਰਕੇ ਜਾਂ ਉਸ ਤੋਂ ਵੀ ਪਹਿਲਾਂ, ਠੀਕ ਆ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਤੋਂ ਲੈ ਕੇ ਫਾਈਨਾਂਸ ਬਿੱਲ 265, ਫਿਰ ਕੰਟੀਜੈਂਸੀ, ਕੱਲਾ ਆਰਟੀਕਲ ਡਿਸਕਸ ਕਰਨਾ ਤੁਹਾਡੇ ਨਾਲ, ਉਹਨੂੰ ਤਾਂ ਭਾਈ ਕੱਲਾ ਬਜਟ ਡਿਸਕਸ ਕਰਨ ਤੇ 1.5 ਦਿਨ ਲੱਗੂਗਾ। ਤੇ ਜਿਹੜੇ ਬੰਦੇ ਨੇ ਉਹ 1.5 ਦਿਨ 'ਚ, ਹਾਂ ਕੀ ਕਰਕੇ ਕਰਦੇ ਹਾਂ ਅਸੀਂ ਮਨੀ ਬਿੱਲ 'ਚ, ਕਿ ਕੌਣ ਇੰਟਰੋਡਿਊਸ ਕਰਦਾ, ਕਿਹੜੀ ਪਰਮਿਸ਼ਨ ਦੇ ਇੰਟਰੋਡਿਊਸ ਕਰਦਾ, ਕਿਹੜੇ ਹਾਊਸ 'ਚ ਕਿੰਨੇ ਦਿਨ ਲੱਗਦੇ ਆ। ਅਗਲੇ ਮਜ਼ਾਕ ਕਰ ਗਏ ਤੁਹਾਡੇ ਨਾਲ ਕਿ ਐਪਰੋਪ੍ਰੀਏਸ਼ਨ ਬਿੱਲ ਨੂੰ ਲੈ ਕੇ ਉਹਦੀਆਂ ਡਿਟੇਲਸ ਦੱਸੋ। ਫਿਰ ਕਹਿੰਦੇ ਆ ਕਿ ਇੰਨੀ ਡਿਟੇਲ 'ਚ ਥੋੜ੍ਹਾ ਆਊਗਾ ਜੀ, ਸੀਨੀਅਰ ਅਸਿਸਟੈਂਟ ਹੀ ਲਾਉਣੇ ਆ, ਨਾਇਬ ਤਹਿਸੀਲਦਾਰ ਥੋੜ੍ਹਾ ਲਾਉਣੇ ਆ, ਦੱਸ ਦਿਓ ਕਿ ਉਹ ਤੋਂ ਔਖੀ ਜੀ ਕੀ ਆਈ ਹੈ ਕਿ ਨਹੀਂ ਆਈ। ਸੋ ਆਪਣੇ ਆਪ ਨੂੰ ਜਿਸ ਪੱਧਰ ਦੀ ਅਸੀਂ ਤਿਆਰੀ ਕਰ ਰਹੇ ਹਾਂ ਨਾ, ਸਾਨੂੰ ਉਸ ਪੱਧਰ ਦੇ ਬਰਾਬਰ 'ਤੇ ਜਾ ਕੇ ਤਿਆਰੀ ਕਰਨੀ ਪਊਗੀ। ਅਦਰਵਾਈਜ਼ ਤਾਂ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਜੇ ਤੁਸੀਂ ਕਹਿ ਦੋਗੇ ਕਿ ਮੈਂ 2-2.5 ਮਹੀਨੇ ਕਿਤੇ ਤਿਆਰੀ ਕਰ ਲਾਂ ਤਾਂ ਮੇਰਾ ਪੇਪਰ ਕਲੀਅਰ ਹੋ ਜਾਊਗਾ, ਜਾਂ ਉਹ ਪੇਪਰ ਕਲੀਅਰ ਕਰਾ ਦੇਣਗੇ ਜਿਹੜੇ 1 ਲਾਈਨਰ ਕਰਾਉਂਦੇ ਮੈਂ ਬਹੁਤ ਦੇਖੇ ਆ, ਠੀਕ ਆ, ਜਿਹੜੇ ਕਹਿੰਦੇ ਕਿ ਆਹ ਚੀਜ਼ ਕਰ ਲਓ ਪੇਪਰ 'ਚ ਆ ਜਾਊਗੀ। ਪੇਪਰ ਵਾਸਤੇ ਇੱਕ ਸਹੀ ਟਾਈਮ ਦੇਣਾ ਪਊਗਾ ਤੁਹਾਨੂੰ। ਮੈਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਕੋਰਸ ਨਾਲ 50 ਜਾਣੇ ਇੱਥੇ ਵਧੀਆ ਲੈਵਲ 'ਤੇ ਬਹੁਤ ਵਧੀਆ ਪੜ੍ਹਾ ਰਹੇ ਆ। ਕਿਸੇ ਵੀ ਇੱਕ ਬੰਦੇ ਦਾ ਕੋਰਸ ਚੱਕੋ ਜਿਹੜਾ ਸੰਜੀਦਗੀ ਨਾਲ ਪੂਰੇ ਦਾ ਪੂਰਾ ਥੋਰੋਲੀ ਪੜ੍ਹਾਉਂਦਾ ਹੋਵੇ। ਵੀਡੀਓ ਚੱਲਦੀ 'ਚ ਹਾਂ ਬਈ ਸਮਝ ਆਇਆ, ਨਹੀਂ ਆਇਆ, ਐਵੇਂ ਪੇਪਰਾਂ ਦੀ ਤਿਆਰੀ ਨਹੀਂ ਹੋ ਸਕਦੀ। ਕਰਾਉਣ ਵਾਲੇ ਨੂੰ 1-1.5 ਘੰਟੇ ਦੀ ਪੂਰੀ ਵੀਡੀਓ 'ਚ ਕਈ ਵਾਰੀ ਇੱਕ ਪੂਰਾ ਟੌਪਿਕ ਡਿਸਕਸ ਕਰਨਾ ਪੈਂਦਾ ਹੈ ਕਿ ਆਹ ਚੀਜ਼ ਐਵੇਂ ਹੈ। ਇਹ ਇੱਕ ਸਹੀ ਤਰੀਕਾ ਹੈ PPSC ਦੀ ਤਿਆਰੀ ਕਰਨ ਦਾ। ਤੁਹਾਨੂੰ PPSC ਦੀ ਮੈਂ ਹਮੇਸ਼ਾ ਕਿਉਂ ਕਹਿੰਦਾ ਹੁੰਦਾ ਕਿ ਜਿਹੜੇ ਬੱਚੇ ਨੇ ਵੀ ਮੇਰਾ PPSC ਦਾ ਕੋਰਸ ਲਿਆ ਉਹ ਮੇਰੀ ਕੋਰਸ ਦੇ ਨਾਲ ਘਟਨਾ ਚੱਕਰ ਤੇ ਦ੍ਰਿਸ਼ਟੀ IAS ਦੀਆਂ ਕਿਤਾਬਾਂ ਲਵੇ। ਉਹਦੀ ਇੱਕ ਵਜ੍ਹਾ ਹੁੰਦੀ ਆ, ਤਾਂ ਜੋ ਮੇਰੇ ਕੋਲ ਪੜ੍ਹ ਕੇ ਮੇਰੀ ਬਣਾਏ ਹੋਏ MCQs ਕਰਾਈ ਜਾਊਂਗਾ ਤਾਂ ਮੈਂ ਤਾਂ ਉਹ ਕਰਾਊਂਗਾ ਜੋ ਮੈਨੂੰ ਆਉਂਦਾ ਹੈ। ਮੇਰੇ ਪੜ੍ਹਾਏ ਹੋਏ ਕੰਟੈਂਟ ਨਾਲ MCQs ਉਹ ਕਰੋ ਜਿਨ੍ਹਾਂ ਦਾ ਪੈਮਾਨਾ ਬਹੁਤ ਉੱਚਾ ਹੈ। ਜਿਹੜੇ ਬੱਚਿਆਂ ਨੂੰ ਮੈਂ ਦ੍ਰਿਸ਼ਟੀ IAS ਦੀਆਂ ਕਿਤਾਬਾਂ ਦੀ ਸਲਾਹ ਦਿੱਤੀ ਸੀ, ਉਹ ਇੱਕ ਵੀ ਜਾਣਾ ਮੈਨੂੰ ਕਹਿ ਦੇ ਕਿ ਮੈਂ ਕਿਤਾਬਾਂ ਤੁਹਾਡਾ ਲੈਕਚਰ ਲਾ ਕੇ ਕਿਤਾਬਾਂ ਦੇ ਸਾਰੇ MCQs ਕੀਤੇ ਸੀ ਤੇ ਮੇਰਾ ਇੱਕ ਵੀ ਜਗ੍ਹਾ ਤੇ ਸਟੈਟਿਕ GK ਤੇ ਇੱਕ ਵੀ ਸਵਾਲ 'ਚ ਮੈਨੂੰ ਸ਼ਰਮਿੰਦਗੀ ਹੋਈ ਹੋਵੇ। ਹਾਂ, ਜਿਹੜੀ ਚੀਜ਼ ਮੇਰੀ ਸਭ ਤੋਂ ਵੱਡੀ ਮਜਬੂਰੀ ਹੈ ਕਿ ਮੈਂ ਇਸ ਪਲੇਟਫਾਰਮ 'ਤੇ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ। ਉਹਦੇ ਵਾਸਤੇ ਮੈਨੂੰ ਸਾਰੇ ਸਬਜੈਕਟ ਆਪ ਕਰਾਉਣੇ ਪੈਂਦੇ ਆ। ਸਾਇੰਸ ਵੀ ਮੈਂ ਆਪ ਕਰਾਊਂਗਾ, ਇਨਵਾਇਰਮੈਂਟ ਵੀ ਮੈਂ ਆਪ ਕਰਾ ਰਿਹਾ। ਤੇ ਤੁਹਾਨੂੰ ਵੀ ਪਤਾ ਹੈ ਕਿ ਇਨਵਾਇਰਮੈਂਟ ਦੀਆਂ 3 ਵੀਡੀਓਜ਼ ਬਣਾ ਕੇ ਮੈਂ ਆਪਣੇ ਕੋਰਸ 'ਚੋਂ ਡਿਲੀਟ ਕਰਕੇ ਨਵੇਂ ਸਿਰੇ ਤੋਂ ਇਨਵਾਇਰਮੈਂਟ ਪਾਈ ਹੈ। ਬਿਕੋਜ਼ ਜਦੋਂ ਮੈਨੂੰ ਇਹ ਪਤਾ ਲੱਗ ਜੇ ਨਾ ਕਿ ਮੈਂ ਆਪਣੇ ਪੜ੍ਹਾਏ ਹੋਏ ਕੰਟੈਂਟ ਨਾਲ ਸੈਟਿਸਫਾਈਡ ਨਹੀਂ ਗਾ, ਕਿ ਇਹ ਅੱਜ ਕੱਲ੍ਹ ਦੇ PPSC ਦੇ ਪੈਮਾਨੇ ਨੂੰ ਸੈੱਟ ਨਹੀਂ ਕਰ ਰਿਹਾ, ਮੈਨੂੰ ਦੁਬਾਰਾ ਬਣਾਉਣੀ ਪਊਗੀ, ਤਾਂ ਮੈਂ ਦੁਬਾਰਾ ਬਣਾਈ ਉਹ। ਸੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਿਉਂਕਿ PPSC ਬਦਲੇ ਹੋਏ ਜ਼ਮਾਨੇ 'ਚ ਬਦਲੇ ਹੋਏ ਤਰੀਕੇ ਨਾਲ ਚੱਲ ਰਹੀ ਹੈ। ਸੋ ਜਿਹੜੇ ਤਾਂ ਕੱਟ ਆਫ ਦੀ ਪ੍ਰੈਡਿਕਸ਼ਨ ਵਾਸਤੇ ਹੀ ਇਹ ਵੀਡੀਓ ਦੇਖ ਰਹੇ ਸੀਗੇ, ਉਹਨਾਂ ਨੂੰ ਮੇਰੀ ਇੱਕ ਨੇਕ ਸਲਾਹ ਹੈ ਕਿ 75 ਤੇ 75 ਤੋਂ ਉੱਪਰ ਦੇ ਬੱਚੇ ਤਾਂ ਕਾਇਦੇ ਦੇ ਮੁਤਾਬਕ ਬਹੁਤ ਜ਼ਿਆਦਾ ਸੇਫ ਨੇ। ਕਿਉਂਕਿ ਇਹ ਮੈਂ ਨਾਇਬ ਤਹਿਸੀਲਦਾਰ ਦੇ ਐਂਗਲ ਤੋਂ ਹੀ ਤੁਹਾਨੂੰ ਦੱਸ ਰਿਹਾ ਕਿ ਕਿਉਂ ਸੇਫ ਨੇ। ਕਿਉਂਕਿ GS ਦਾ ਪੇਪਰ ਕੋਈ ਬਹੁਤਾ ਸੌਖਾ ਪੇਪਰਾਂ 'ਚੋਂ ਨਹੀਂ ਮੰਨਿਆ ਜਾ ਸਕਦਾ। 75 ਤੋਂ ਥੱਲੇ ਵੀ ਜੇ ਆਪਾਂ 70, 71, 72 ਤੱਕ ਚੱਲੀਏ ਤਾਂ ਆਲਮੋਸਟ ਸਾਨੂੰ ਸੇਫ ਹੀ ਮੰਨਣਾ ਚਾਹੀਦਾ ਆਪਣੇ ਆਪ ਨੂੰ। ਆਪਣੇ ਆਪ ਨੂੰ ਸੇਫ ਕਿਉਂ ਮੰਨਣਾ ਚਾਹੀਦਾ ਹੈ? ਬਿਕੋਜ਼ ਪੇਪਰ 'ਚ ਪੋਸਟਾਂ ਵੀ 208 ਨੇ ਅਤੇ ਬਹੁਤੀ ਕਰੀਮ ਜਿਹੜੀ ਕਿ ਦੂਜੇ ਪੇਪਰਾਂ 'ਚੋਂ ਦੂਜੀਆਂ ਉੱਚੀਆਂ ਪੋਸਟਾਂ ਤੋਂ ਉੱਠ ਕੇ, ਕਿਉਂਕਿ ਜਿਹੜੇ ਬੱਚੇ ਇਸ ਤੋਂ ਪਹਿਲਾਂ PPSC ਦਾ ਪੇਪਰ ਦੇ ਚੁੱਕੇ ਆ, ਉਦਾਹਰਨ ਦੇ ਤੌਰ 'ਤੇ ਪੋਸਟਾਂ 'ਤੇ ਲੱਗੇ ਹੋਏ ਆ, ਨੈਬ ਦੀਆਂ ਪੋਸਟਾਂ ਨੂੰ ਲੈ ਕੇ ਉਹ ਬਹੁਤ ਸੰਜੀਦਾ ਸੀ। ਜਿਹੜਾ ਇੱਕ ਵਾਰ PPSC ਦੀ ਭਰਤੀ ਦੇ ਥਰੂ ਲੱਗਿਆ ਹੋਇਆ ਨਾ, ਤਾਂ ਉਹ ਕਦੇ ਵੀ ਮੌਕਾ ਨਹੀਂ ਛੱਡਦਾ। ਠੀਕ ਆ, ਉਹ ਸ਼ਾਇਦ ਕੋਆਪਰੇਟਿਵ 'ਚ ਓਨਾ ਵਾਹ ਲਾ ਕੇ ਪੇਪਰ ਨਹੀਂ ਦਊਗਾ ਜਿੰਨਾ ਵਾਹ ਲਾ ਕੇ ਉਹਨੇ ਨੈਬ ਦਾ ਪੇਪਰ ਦਿੱਤਾ ਹੋਊਗਾ। ਇਸ ਕਰਕੇ ਨੈਬ ਦੀ ਭੀੜ ਜਾਂ ਨੈਬ ਦਾ ਕਰਾਊਡ ਇਸ ਪੇਪਰ ਦੇ ਕਰਾਊਡ ਤੋਂ ਥੋੜ੍ਹਾ ਜਿਹਾ ਸਲਾਈਟਲੀ ਡਿਫਰੈਂਟ ਹੋਊਗਾ। ਉਹ ਕਿਹੜੇ ਪਾਸਿਓਂ ਡਿਫਰੈਂਟ ਹੁੰਦਾ? ਥੱਲੜੇ ਪਾਸਿਓਂ ਨਾ, ਉੱਪਰਲੇ ਪਾਸਿਓਂ। ਉਹ
ਕਰੀਮ ਵਾਲੇ ਪਾਸਿਓਂ ਡਿਫਰ ਕਰਦਾ ਹੁੰਦਾ ਹਮੇਸ਼ਾ। ਸੋ ਉਹ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਵੈਲਿਊਏਟ ਕਰੀਏ ਤਾਂ 72 73 ਵਾਲਾ ਬੰਦਾ ਵੀ ਆਪਣੇ ਆਪ ਨੂੰ ਸੇਫ ਸਮਝ ਸਕਦਾ ਹੈ। ਤੇ ਜਿਹੜੀ ਆ 75 ਕਟ ਆਫ 74 75 ਕਟ ਆਫ ਮੈਂ ਦੱਸ ਰਿਹਾ, ਇਹ ਜਰਨਲ ਕੈਟੇਗਰੀ ਦੀ ਦੱਸ ਰਿਹਾ, ਨਾ ਕਿ ਕਿਸੇ ਹੋਰ ਸੈਕਸ਼ਨ ਦੀ। ਇਸ ਤੋਂ ਬਿਨਾਂ ਹੌਰੀਜ਼ੋਨਟਲ ਤੇ ਵਰਟੀਕਲ ਰਿਜ਼ਰਵੇਸ਼ਨ ਦੇ ਆਧਾਰ ਤੇ ਤੁਸੀਂ ਆਪਣੇ ਆਪ ਨੂੰ ਉਹੀ 3 3 4 4 ਨੰਬਰ ਪਿੱਛੇ ਖਿਸਕਾ ਸਕਦੇ ਹੋ। ਸੋ ਇਹ ਸੀ ਕੋਆਪਰੇਟਿਵ ਦੀ ਕਟ ਆਫ ਦਾ ਉਹ ਰਿਐਲਿਟੀ ਟੈਸਟ ਜੋ ਮੈਂ ਕੋਸ਼ਿਸ਼ ਕੀਤੀ ਕਿ ਮੈਂ ਵੀ ਤੁਹਾਨੂੰ ਆਪਣੇ ਤਰੀਕੇ ਨਾਲ ਦੱਸ ਸਕਾਂ। ਮੈਂ ਕਿਤੇ ਵੀ ਦਾਅਵਾ ਨਹੀਂ ਕਰੂੰਗਾ, ਜਿਨ੍ਹਾਂ ਕੋਲ ਮੇਰਾ ਕੋਰਸ ਹੈ ਹੀ ਨਹੀਂ, ਠੀਕ ਆ, ਉਹਨਾਂ ਨੂੰ ਤਾਂ ਕੋਈ ਲੋੜ ਹੀ ਨਹੀਂ। ਤੇ ਨਾ ਹੀ ਮੈਂ ਕਿਸੇ 2-2.5 ਮਹੀਨੇ ਦੇ ਕਿਸੇ ਕੋਰਸ 'ਚ ਕਿਸੇ ਨੂੰ ਸਲਾਹ ਦਿੰਦਾ ਕਿ ਆਹ ਪੇਪਰ ਦੀ ਤਿਆਰੀ ਮੇਰੇ ਕੋਲ ਕਰ ਲਓ ਆ ਕੇ, ਕਿ ਕੁਛ ਨਹੀਂ ਕਹਿਲਾਂ ਕੀਤਾ, ਹਾਂ 3 ਮਹੀਨੇ 'ਚ ਆਹ ਤਿਆਰੀ ਕਰ ਲਓ। ਨਾ ਹੀ ਤੁਸੀਂ ਮੇਰੀ ਪਿਛਲੇ 3 ਮਹੀਨੇ 'ਚ ਕੋਈ ਵੀਡੀਓ ਦੇਖੀ ਹੋਊਗੀ ਕਿ ਹਾਂ ਕੋਆਪਰੇਟਿਵ ਦਾ ਸਪੈਸ਼ਲ ਬੈਚ ਸ਼ੁਰੂ ਕਰਿਆ ਹੈ, ਕਿਉਂਕਿ ਮੈਂ ਤਾਂ ਕਿਸੇ ਨੂੰ ਆਫਲਾਈਨ ਬੈਚ 'ਚ ਸਪੈਸ਼ਲੀ ਅਲਾਉ ਨਹੀਂ ਕਰਦਾ। ਮੈਂ ਪਟਿਆਲੇ PPSC PSSB ਦੇ ਆਫਲਾਈਨ ਬੈਚ 'ਚ ਬਿਠਾਉਣਾ ਬੱਚਿਆਂ ਨੂੰ। ਪਰ ਜੇ ਕੋਈ ਮੈਨੂੰ ਕਹਿੰਦਾ ਕਿ ਸਬ ਇੰਸਪੈਕਟਰ ਵਾਸਤੇ ਅਸੀਂ ਆ ਜਾਈਏ, ਤਾਂ ਮੈਂ ਤਾਂ ਬੇਨਤੀ ਕਰਦਾ ਹੁੰਦਾ ਕਿ ਭਰਾਵਾ ਕਿਸੇ ਹੋਰ ਨੂੰ ਪੈਸੇ ਦੇ ਦੇ। ਇੱਥੇ ਕੋਈ ਫਾਇਦਾ ਨਹੀਂ, ਬਿਕੋਜ਼ ਤੁਹਾਨੂੰ ਕੀ ਲੱਗਦਾ ਤੁਸੀਂ ਪੇਪਰ ਨੂੰ ਮਜ਼ਾਕ ਸਮਝਿਆ ਕਿ ਪੇਪਰ 3 ਮਹੀਨਿਆਂ 'ਚ ਤੁਹਾਡਾ 2-2.5 ਮਹੀਨਿਆਂ 'ਚ? ਉਹਨਾਂ ਲੋਕਾਂ ਨਾਲ ਬੇਇਨਸਾਫੀ ਨਹੀਂ ਜਿਨ੍ਹਾਂ ਨੂੰ 3-3 ਸਾਲ ਹੋ ਗਏ ਤਰਸਦਿਆਂ ਨੂੰ ਕਿ ਕਦੀ ਸਬ ਇੰਸਪੈਕਟਰ ਦਾ ਪੇਪਰ ਆਊਗਾ, ਤਿਆਰੀ ਫੁੱਲਾ ਕੱਢਣਾ ਹੈ। ਸੋ ਪਰਮਾਤਮਾ ਸਭ ਕੁਝ ਦੇਖਦਾ ਹੈ। ਸੋ ਐਵੇਂ ਨਹੀਂ ਹੋ ਸਕਦਾ ਕਿ ਤੁਸੀਂ ਇਸੇ ਚੀਜ਼ ਨੂੰ ਕੋਈ 2-2.5-3 ਮਹੀਨਿਆਂ 'ਚ ਕੱਢ ਕੇ ਸਾਈਡ 'ਤੇ ਕਰ ਦੋਗੇ। ਸੋ ਮੈਂ ਇੱਕ ਰਿਕੁਐਸਟ ਕਰਦਾ ਕਿ ਹਾਂ ਤਿਆਰੀ ਕਰੋ, ਮੇਰੇ ਕੋਲ ਆਫਲਾਈਨ ਵੀ ਆਉਣਾ, ਆਫਲਾਈਨ ਵੀ ਆਓ, ਠੀਕ ਆ। ਇੱਕ ਬਹੁਤ ਬੱਚਿਆਂ ਨੂੰ ਵਹਿਮ ਹੁੰਦਾ ਕਿ ਆਫਲਾਈਨ ਤੇ ਆਨਲਾਈਨ 'ਚ, ਇਹ ਤੁਹਾਡਾ ਵਹਿਮ ਨਹੀਂ ਹੈਗਾ। ਇਹ ਸਪੈਸ਼ਲੀ ਵਹਿਮ ਉਹਨਾਂ ਨੇ ਪਾਇਆ ਹੈ ਜਿਨ੍ਹਾਂ ਨੇ ਆਨਲਾਈਨ ਕੰਟੈਂਟ 'ਚ ਜਲੂਸ ਕਢਾ ਰੱਖਿਆ ਹੈ। ਮੈਂ ਲਿਟਰਲੀ ਕਹਿੰਦਾ ਕਿ ਜਿਨ੍ਹਾਂ ਨੇ ਜਲੂਸ ਕਢਾ ਰੱਖਿਆ। ਤੁਸੀਂ ਜਦੋਂ ਆਨਲਾਈਨ ਪੜ੍ਹਾ ਰਹੇ ਹੋ ਨਾ, ਤਾਂ ਤੁਸੀਂ, ਮੈਂ ਹਮੇਸ਼ਾ ਕਹਿੰਦਾ ਕਿ ਜੇ ਕਿਸੇ ਬੰਦੇ ਨੇ ਮੇਰਾ ਆਨਲਾਈਨ ਕੋਰਸ ਦੇਖਣਾ ਨਾ, ਤਾਂ ਮੇਰੀ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਕਈ ਵੀਡੀਓਜ਼ ਪਈਆਂ ਹੈ। ਪੂਰੀ ਇੱਕ PCS ਮੇਨਸ ਦੀ ਪਲੇਲਿਸਟ ਵੀ ਪਈ ਆ, PPSC ਦੀ ਸਪੈਸ਼ਲ ਪਲੇਲਿਸਟ ਪਈ ਆ, PPSC PSSB ਦੀ। ਉਹਨਾਂ ਪਲੇਲਿਸਟਾਂ 'ਚੋਂ ਮੇਰੇ ਪੜ੍ਹਾਉਣ ਦਾ ਫਲੋ ਦੇਖੋ, ਤੁਹਾਨੂੰ ਪੂਰੀ ਵੀਡੀਓ 'ਚ ਜੇ ਲੱਗ ਗਿਆ ਕਿ ਫਲੋ ਟੁੱਟਿਆ ਹੈ ਤਾਂ ਤੁਸੀਂ ਮੇਰਾ ਕੋਰਸ ਨਾ ਲਓ ਕਦੇ ਵੀ, ਹਮੇਸ਼ਾ। ਕਿਉਂਕਿ ਤੁਹਾਨੂੰ ਇੰਨਾ ਕੁ ਖੌਫ ਹੋ ਗਿਆ ਉਹਨਾਂ ਕੰਟੈਂਟ ਤੋਂ ਜਿਹੜਾ ਕੰਟੈਂਟ ਬਹੁਤ ਹਲਕੇ ਪੱਧਰ ਦਾ ਤੁਹਾਡੇ ਤੱਕ ਪਹੁੰਚਦਾ। ਮੈਂ ਆਪਣੀ ਕਮੀ ਆਪ ਦੱਸ ਦਿੰਦਾ ਕਿ ਮੇਰੀ ਕਮੀ ਕੀ ਹੈ। ਮੇਰਾ ਕੰਟੈਂਟ ਬਹੁਤ ਹੌਲੀ ਹੌਲੀ ਅਪਲੋਡ ਹੁੰਦਾ ਹੈ, ਬਿਕੋਜ਼ ਮੈਂ ਇੱਕ ਦਿਨ 'ਚ 2 ਜਾਂ 3 ਕਲਾਸਾਂ ਹੀ ਪੜ੍ਹਾ ਸਕਦਾ। ਦੂਜੀ ਗੱਲ, ਟੀਮ ਵਧਾਊਂਗਾ ਮੈਂ ਤਾਂ ਕੁਆਲਿਟੀ ਕੰਪਰੋਮਾਈਜ਼ ਹੁੰਦੀ ਹੈ, ਉਹ ਚੀਜ਼ ਮੈਂ ਬਿਲਕੁਲ ਨਹੀਂ ਕਰ ਸਕਦਾ। ਸੋ ਬਹੁਤ ਬੱਚੇ ਜਿਹੜੇ ਆ ਉਹ ਇਸ ਚੀਜ਼ ਤੋਂ ਜ਼ਰੂਰ ਨਿਰਾਸ਼ ਰਹਿੰਦੇ ਆ, ਬਟ ਉਹਦਾ ਮੇਰੇ ਕੋਲ ਕੋਈ ਹੋਰ ਹੱਲ ਹੈ ਨਹੀਂ। ਮੈਂ ਆਪਣੇ ਸਹਿਜੇ ਪੋਲਿਟੀ, ਪੰਜਾਬ, ਮੈਥਸ, ਠੀਕ ਆ, ਤੇ ਪੋਲਿਟੀ, ਪੰਜਾਬ, ਮੈਥ, ਇਕੋਨਮੀ, ਇਹ ਸਾਰੇ ਸਬਜੈਕਟ ਕਰਾ ਰਿਹਾ। ਇਨਵਾਇਰਮੈਂਟ ਮੇਰਾ ਚੱਲ ਰਿਹਾ, ਇਸ ਤੋਂ ਬਾਅਦ ਮੈਂ ਸਾਇੰਸ ਚੱਕਣੀ ਆ, ਕਿਉਂਕਿ ਮੈਂ ਚਾਹੁੰਦਾ ਕਿ ਇਨਵਾਇਰਮੈਂਟ ਸਾਇੰਸ, ਅੱਜ PPSC ਦੇ ਵਿੱਚ ਪੋਲਿਟੀ ਔਖੀ ਆਈ ਹੈ, ਕੱਲ੍ਹ ਨੂੰ ਕੀ ਪਤਾ ਇਨਵਾਇਰਮੈਂਟ ਵੀ ਔਖੀ ਆਈ ਹੈ, ਕੀ ਪਤਾ ਕੱਲ੍ਹ ਨੂੰ ਸਾਇੰਸ ਤੇ ਇਕੋਨਮੀ ਔਖੀ ਆ ਜੇ। ਫਿਰ ਮੈਂ ਸਾਰੇ ਸਬਜੈਕਟ ਆਪਣੀ ਰਫਤਾਰ 'ਤੇ ਵਧੀਆ ਤਰੀਕੇ ਨਾਲ ਕਵਰ ਕਰਾਉਣੇ ਆ, ਤਾਂ ਜੋ ਤੁਸੀਂ ਬੜੇ ਆਰਾਮ ਨਾਲ ਆਪਣਾ ਨਾਲ ਦੀ ਨਾਲ ਉਹਨਾਂ ਚੀਜ਼ਾਂ ਨੂੰ ਕਰ ਸਕੋ। ਇਹ ਮੇਰੀ ਕੋਸ਼ਿਸ਼ ਰਹੂਗੀ। ਪਰ ਹਾਂ, ਇਸ ਕੋਸ਼ਿਸ਼ 'ਚ ਮੈਂ ਹਫੜਾ ਦਫੜੀ ਨਹੀਂ ਕਰ ਸਕਦਾ। ਮੈਂ ਕਿਤੇ ਵੀ ਸਾਫ਼ ਕਹਿ ਰਿਹਾ ਮੈਂ ਕਿ ਹਾਂ, ਤੁਸੀਂ ਮੇਰੇ ਤੋਂ ਕੋਰਸ ਬਾਏ ਕਰਨਾ ਚਾਹੁੰਦੇ ਹੋ ਤਾਂ ਕਰੋ ਜੀ, ਸਦਕੇ ਕਿਉਂ ਨਹੀਂ ਚਾਹੂੰਗਾ ਮੈਂ ਕਿ ਮੇਰੇ ਕੋਰਸਿਸ ਦੀ ਸੇਲ ਵਧੇ। ਪਰ ਹਾਂ, ਆਪਣੇ ਆਪ ਨੂੰ ਟਾਈਮ ਦਿਓ। ਇੱਕ ਪਾਸਿਓਂ ਇੱਕ ਸਬਜੈਕਟ ਸ਼ੁਰੂ ਕਰ ਲਓ, ਉਹਨੂੰ ਪੜ੍ਹੋ, ਉਹਦੇ ਨੋਟਸ ਬਣਾਓ, ਅਤੇ ਨੋਟਸ ਬਣਾ ਕੇ ਬਾਅਦ 'ਚ ਮੈਨੂੰ ਚੈੱਕ ਕਰਨ ਦਾ ਤਰੀਕਾ ਇਹੀ ਆ ਕਿ ਉਹਦੇ ਦ੍ਰਿਸ਼ਟੀ IAS ਅਤੇ ਘਟਨਾ ਚੱਕਰ ਵਰਗੇ ਉੱਚੇ ਪੱਧਰ ਦੀਆਂ GK ਦੀਆਂ ਕਿਤਾਬਾਂ 'ਚੋਂ ਚੈੱਕ ਕਰੋ ਕਿ ਮੇਰੇ 'ਚ ਕੱਢਣ ਪਾਉਣ ਨੂੰ ਕੁਛ ਹੈਗਾ। 50 ਵੈਬਸਾਈਟਸ ਨੇ YouTube 'ਤੇ ਅਤੇ Google 'ਤੇ UPSC ਦੇ ਟੈਸਟ ਸੀਰੀਜ਼ ਦੀਆਂ, ਦਿੱਲੀ ਦੀਆਂ, ਕਿਸੇ ਵੀ ਇੰਸਟੀਟਿਊਟ ਦੀ ਟੈਸਟ ਸੀਰੀਜ਼ ਫ੍ਰੀ ਪਈਆਂ ਨੇ ਉੱਥੇ, ਖਰੀਦ ਕੇ ਕਰਕੇ ਦੇਖੋ ਕਿ ਕੀ ਮੈਂ ਉਸ ਪੱਧਰ ਦਾ ਕਰਾਇਆ ਕਿ ਨਹੀਂ PPSC ਦੇ ਲੈਵਲ 'ਚ। ਫਿਰ ਤੁਸੀਂ ਆਪ ਦੇਖੋ ਕਿ ਅੱਜ ਕੱਲ੍ਹ PPSC ਦਾ ਪੇਪਰ ਉਸ ਪੱਧਰ ਦਾ ਹੋਇਆ ਕਿ ਨਹੀਂ ਹੋਇਆ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਹਾਂਜੀ, ਮੈਰਾਥਨ 'ਚ ਆ ਗਏ ਜੀ, ਆ ਜਾਓ ਜੀ, ਬੜੀ ਵਧੀਆ, 1 ਘੰਟੇ 'ਚ ਪੋਲਿਟੀ ਤਿਆਰ ਆ, ਤੁਸੀਂ ਸਾਰੇ ਇੱਕ ਇਕੱਠੀ ਕਲਾਸ ਲੈ ਕੇ ਆਓ। ਲੈ ਕੇ ਮੈਂ ਕੀ ਕਰੂੰਗਾ? ਪੇਪਰ ਕਲੀਅਰ ਕਰਾ ਦੂੰਗਾ ਤੁਹਾਡਾ ਮੈਂ। ਉਹ ਇਕੱਠੀ ਕਲਾਸ ਨਾਲ ਤਾਂ ਤੁਸੀਂ ਸਬ ਇੰਸਪੈਕਟਰ ਕਲੈਰੀਕਲ ਦਾ ਪੇਪਰ ਨਹੀਂ ਕਲੀਅਰ ਕਰ ਸਕਦੇ। ਹਾਂ ਚਲੋ ਵਧੀਆ, ਜਿਨ੍ਹਾਂ ਨੇ ਮੇਲਾ ਲਾਇਆ ਹੋਇਆ YouTube 'ਤੇ ਉਹ ਜਾਇਜ਼ ਨੇ ਵਿਚਾਰੇ, ਉਹਨਾਂ ਨੂੰ ਪਤਾ ਹੈ। ਕੱਲ੍ਹ ਨੂੰ ਕੀ ਪਤਾ ਅੱਜ ਤੋਂ 6 ਮਹੀਨੇ ਬਾਅਦ ਤੁਹਾਨੂੰ ਵੀ ਸ਼ਾਇਦ ਪਤਾ ਨਾ ਲੱਗੇ ਕਿ ਮੈਂ ਉਹਨਾਂ ਨਾਲ ਦਾ ਹੋ ਜਾ, ਕਿਉਂਕਿ ਹਰ ਬੰਦੇ ਨੇ ਆਪਣੇ ਰੋਜ਼ਗਾਰ ਵਾਸਤੇ ਕੁਛ ਨਾ ਕੁਛ ਤਾਂ ਦੇਖਣਾ ਹੀ ਆ। ਜੇ ਤੁਸੀਂ
ਜੇ ਤੁਸੀਂ ਪੇਪਰਾਂ ਦੇ ਮੁਤਾਬਕ ਜਾਂ ਜੇ ਤੁਸੀਂ ਸਹੀ ਸਟ੍ਰੈਟਜੀ ਦੇ ਮੁਤਾਬਕ ਨਹੀਂ ਚੱਲ ਸਕੇ ਤੇ ਮੈਨੂੰ ਪਤਾ ਲੱਗਿਆ ਕਿ ਉਹਨਾਂ ਵਾਲਾ ਕੰਮ ਤੇ ਠੀਕ ਹੈ, ਚਲੋ 4 ਪੈਸੇ ਕਮਾ ਕੇ ਘਰੇ ਜਾਂਦੇ ਤਾਂ ਸਹੀ ਆ, ਫਿਰ ਅਸੀਂ ਵੀ ਉਵੇਂ ਦੇ ਹੋ ਜਾਾਂਗੇ ਬਈ। ਕਿਉਂਕਿ ਐਟ ਦੀ ਐਂਡ ਹਰ ਬੰਦੇ ਦਾ ਸਰਵਾਈਵਲ ਬਹੁਤ ਜ਼ਰੂਰੀ ਹੈ, ਤੇ ਜੇ ਸਰਵਾਈਵ ਕਰਾਂਗੇ ਤਾਂ ਹੀ ਅੱਗੇ ਕੁਝ ਕਰਨ ਜੋਗੇ ਹੋਵਾਂਗੇ। ਠੀਕ ਆ, ਪਰਮਾਤਮਾ ਨੇ ਇੰਨੀ ਤਾਕਤ ਦੇ ਕੇ ਤਾਂ ਨਹੀਂ ਭੇਜਿਆ ਕਿ ਹਾਂ ਕਿ ਦੁਨੀਆ ਨੂੰ ਸੁਧਾਰਨ ਦਾ ਸਾਰਾ ਠੇਕਾ ਹੀ ਅਸੀਂ ਚੱਕ ਲਈਏ। ਸੋ ਮੇਰੀ ਇੱਕ ਰਿਕੁਐਸਟ ਆ ਕਿ ਪੇਪਰ ਕਲੀਅਰ ਕਰਨਾ ਹੈ ਨਾ ਤਾਂ ਇੱਕ ਤਰੀਕੇ ਨਾਲ ਕਰੋ। ਇੱਕ ਸਬਜੈਕਟ 'ਚ ਤੁਹਾਡੀ ਪਕੜ ਕਦੇ ਉਹ ਨਹੀਂ ਹੋਊਗੀ ਨਾ, ਹਾਂਜੀ ਆਹ ਪੇਪਰ ਆ ਗਏ ਦੀ ਸਟ੍ਰੈਟਜੀ ਆ, ਆਹ ਹੈ ਸਟ੍ਰੈਟਜੀ ਵੀ ਉਹੀ ਬੰਦਾ ਬਣਵਾਵੇ। ਹੁਣ ਮੈਂ ਬਹੁਤ ਬੱਚੇ ਆ ਜਿਹੜੇ ਮੈਨੂੰ ਕਹਿੰਦੇ ਕਿ ਸਰ ਅਸੀਂ ਅੱਗੇ ਸਬ ਇੰਸਪੈਕਟਰ ਵਾਸਤੇ ਕੀ ਕਰੀਏ, ਅਸੀਂ ਸਬ ਇੰਸਪੈਕਟਰ ਵਾਸਤੇ ਕੀ ਕਰੀਏ। ਮੈਂ ਕਹਿੰਦਾ ਜੇ ਤਾਂ ਨਵੀਂ ਤਿਆਰੀ ਕਰਨੀ ਹੈ ਤਾਂ ਪੋਸੀਬਲ ਹੀ ਨਹੀਂ। ਹਾਂ ਜੇ ਤੁਹਾਡੀ ਬਹੁਤ ਸਾਰੀ ਤਿਆਰੀ ਹੈਗੀ ਆ ਤਾਂ ਫਿਰ ਵੀ ਮੈਂ ਇੱਕ ਸਲਾਹ ਦਿੰਦਾ ਹੁੰਦਾ ਕਿ ਯਾਰ ਸਬ ਇੰਸਪੈਕਟਰ ਦੇ ਚੱਕਰਾਂ 'ਚ ਮੇਰੇ ਕੋਰਸ 'ਚ ਕਿਸੇ 'ਚ ਕੋਈ ਬਹੁਤਾ ਫਾਇਦਾ ਨਿਕਲਣਾ ਨਹੀਂ, ਕਿਉਂਕਿ ਮੇਰੇ ਕੋਰਸ ਦੀਆਂ ਵੀਡੀਓ ਦੇਖਣ 'ਚ ਫਿਰ ਵੀ 2-2.5 ਮਹੀਨੇ ਲੱਗ ਜਾਣੇ ਆ ਤੇ ਉਹਨਾਂ 2-2.5 ਮਹੀਨਿਆਂ 'ਚ ਤਾਂ ਡੈਸ ਹੀ ਨਹੀਂ ਕਲੀਅਰ ਹੋ ਸਕਦਾ। ਸੋ ਮੇਰੀ ਇੱਕ ਰਿਕੁਐਸਟ ਇਹੀ ਆ ਕਿ ਹਾਂ ਜਿੱਥੇ ਵੀ ਤੁਸੀਂ ਕਰ ਰਹੇ ਹੋ ਉੱਥੋਂ ਇੱਕ ਚੰਗੀ ਸਟ੍ਰੈਟਜੀ ਬਣਵਾਓ। ਠੀਕ ਆ, ਹਾਂ ਮੈਂ ਆਪਣੇ ਬੱਚਿਆਂ ਨੂੰ ਦੱਸ ਦਿੰਦਾ ਕਿ ਜਿਹੜੇ ਸਟੂਡੈਂਟਸ ਮੇਰੇ ਕੋਲ ਤਿਆਰੀ ਕਰ ਰਹੇ ਆ, ਠੀਕ ਆ, ਉਹਨਾਂ ਨੇ ਸਾਡੇ ਤੋਂ SI ਦੀ ਸਟ੍ਰੈਟਜੀ ਨਹੀਂ ਬਣਵਾਈ ਤਾਂ ਉਹ ਪਲੀਜ਼ ਬਣਵਾ ਲੈਣ। ਸਾਡੀ ਇੱਕ ਰਿਕੁਐਸਟ ਹੀ ਆ ਕਿ ਹਾਂ ਅਸੀਂ ਸਪੈਸ਼ਲੀ ਸਾਰਿਆਂ ਨੂੰ ਐਪ ਦੇ ਥਰੂ ਮੈਸੇਜ ਵੀ ਕਨਵੇ ਕਰ ਚੁੱਕੇ ਹਾਂ, ਤੇ ਜਿਹੜੇ ਬੱਚੇ ਸਾਡੇ ਕੋਲ PPSC PSSB ਦਾ ਆਫਲਾਈਨ ਬੈਚ ਕਰਨਾ ਚਾਹੁੰਦੇ ਆ ਉਹ ਮੇਰੇ ਤੱਕ ਪਹੁੰਚ ਸਕਦੇ ਆ। ਠੀਕ ਆ, ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਜੇ ਤੁਹਾਡੇ ਕੋਲ ਟਾਈਮ ਹੈਗਾ ਏ, ਠੀਕ ਆ, ਤਾਂ ਐਂਡਰੋਇਡ 'ਤੇ ਤੁਸੀਂ ਮਾਸਟਰ ਕਲਾਸਿਸ ਪਟਿਆਲਾ, ਆਈਫੋਨ 'ਤੇ ਮਾਈ ਇੰਸਟੀਟਿਊਟ 'ਤੇ ਉਹ ਕੋਡ ਮੰਗਣਗੇ MVWG ਭਰ ਕੇ ਸਾਡੀ ਐਪ ਤੱਕ ਪਹੁੰਚੋ। ਚੰਗੇ ਪੇਪਰ ਦੀ ਤਿਆਰੀ ਕਰਨੀ ਹੈ ਨਾ ਤਾਂ ਆਹ ਫੁੱਲ ਬੈਚ ਆ ਜਿਹਦੇ 'ਚ, ਪਰ ਇਹਦੇ 'ਚ ਵੀ ਤੁਹਾਨੂੰ ਘੱਟੋ ਘੱਟ 3-4 ਮਹੀਨੇ ਆਪਣੀ ਤਿਆਰੀ 'ਤੇ ਦੇਣੇ ਪੈਣਗੇ, ਕਿਉਂਕਿ PPSC ਦੇ ਪੇਪਰ 'ਚ ਤਾਂ ਹਸ਼ਰ ਦੇਖ ਹੀ ਲਓਗੇ ਤੁਸੀਂ ਆਪਣਾ, ਤੇ ਹੋਣਾ ਤੁਹਾਡੇ ਨਾਲ PSSB ਦੇ ਪੇਪਰਾਂ 'ਚ ਵੀ ਐਵੇਂ ਹੀ ਆ, ਕਿਉਂਕਿ ਉਹਨਾਂ ਬੱਚਿਆਂ ਦੀ ਮਿਹਨਤ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਆ। ਸੋ ਉਹ ਕਲੀਅਰ ਕਰਨਗੇ ਤੇ ਫਿਰ ਤੁਸੀਂ ਕਲੀਅਰ ਕਰੋਗੇ। ਤਾਂ ਸਬਜੈਕਟ ਹਮੇਸ਼ਾ ਚਾਹੇ 1 ਲਾਈਨਰ ਕੁਐਸਚਨ ਵੀ ਆਉਣਾ ਹੋਵੇ। ਹੁਣ ਮੈਨੂੰ ਇੱਕ ਗੱਲ ਦੱਸੋ, ਲਾਰਡ ਆਕਲੈਂਡ ਨੇ ਕਿਹਨੂੰ ਭੇਜਿਆ, ਹੈ ਤਾਂ 1 ਲਾਈਨਰ ਆ, ਪਰ ਸਮਝ ਕਦੋਂ ਆਊਗਾ? ਸਮਝ ਉਦੋਂ ਆਊਗਾ ਜਦੋਂ ਤੁਸੀਂ ਉਹਦੀ ਪੂਰੀ ਕਹਾਣੀ ਸੁਣੀ ਹੋਊਗੀ। ਹਾਂ ਉਹੀ ਗੱਲ ਆ, GK ਦੇ 50 ਕੁਐਸਚਨ ਆਏ ਆ, 25 ਤਾਂ ਬੜੇ ਨੋਰਮਲ ਹੁੰਦੇ ਆ ਤਾਂ ਕਿ ਪੇਪਰ ਨੂੰ ਸੌਖਾ ਕਿਹਾ ਜਾ ਸਕੇ। ਉਹ 25 ਕਰਕੇ ਤੇ ਉਹਨਾਂ 25 ਨੂੰ ਸਾਬਤ ਕਰਕੇ ਕਿ ਸਾਡੇ ਪੜ੍ਹਾਏ ਹੋਏ ਆਏ ਆ, ਬਹੁਤ ਸਾਣੇ ਮੇਲਾ ਲੁੱਟਣਗੇ। ਉਹਨਾਂ ਨੂੰ ਇਹ ਪੁੱਛਿਓ ਇੱਕ ਵਾਰ ਕਿ ਲਾਸਟ ਵਾਲੇ 5-7 ਸਵਾਲ ਸਰ ਜਿੰਨੇ ਸਾਡਾ ਪੇਪਰ ਕਲੀਅਰ ਕਰਾਉਣਾ ਸੀ ਉਹ ਤੁਸੀਂ ਕਿੱਥੇ ਪੜ੍ਹਾਏ ਆ, ਉਹ ਕਿੱਥੋਂ ਆਏ ਆ, ਉਹ ਦੱਸੋ ਸਾਨੂੰ। ਉਹ ਉਹਨਾਂ ਨੂੰ ਆਪ ਨਹੀਂ ਪਤਾ ਹੋਣਾ ਕਿਉਂਕਿ ਚੈਪਟਰ ਹੀ ਨਹੀਂ ਕਦੀ ਦੇਖੇ ਉਹ। ਸੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਆ। ਆਪਣੇ ਆਪ ਨੂੰ ਥੋੜ੍ਹੇ ਜਿਹੇ ਤਰਕਸ਼ੀਲ ਹੋਵੋ। ਜਦੋਂ ਤੱਕ ਤੁਸੀਂ ਰੈਸ਼ਨਲ ਨਹੀਂ ਹੋਵੋਗੇ ਉਦੋਂ ਤੱਕ ਤੁਹਾਨੂੰ ਉਲਝਾਇਆ ਜਾਊਗਾ। ਠੀਕ ਆ, ਉਹਦੇ ਨਾਲ ਮੈਨੂੰ ਕੀ ਨੁਕਸਾਨ ਹੁੰਦਾ? ਸਾਨੂੰ ਸਭ ਤੋਂ ਵੱਡਾ ਨੁਕਸਾਨ ਹੁੰਦਾ ਜਿਹੜਾ ਅਸੀਂ ਥੋਰੋਲੀ ਪੜ੍ਹਾਉਂਦੇ ਆ, ਇੱਕ ਟੌਪਿਕ 'ਤੇ ਇੱਕ ਸਬਜੈਕਟ ਦੀਆਂ 60 ਘੰਟੇ ਸਵਾ ਘੰਟੇ ਦੀਆਂ ਵੀਡੀਓ, ਉਹਨਾਂ ਦੀ ਕਦਰ ਖਤਮ ਹੁੰਦੀ ਆ। ਤੇ ਪਤਾ ਲੱਗਦਾ ਕਿ ਉਹਨਾਂ ਦੀ ਕਦਰ ਨਾਲ ਪੇਪਰਾਂ ਦੇ ਵਿੱਚ ਬੱਚਿਆਂ ਦੇ ਨੰਬਰ ਹੀ ਨਹੀਂ ਆ ਪਾਉਂਦੇ। ਉਹ ਵਿਚਾਰਿਆਂ ਦਾ ਯਕੀਨ ਉੱਠ ਜਾਂਦਾ ਹੈ ਕਿ ਅਸੀਂ ਇੰਨਾ 2 ਇੰਸਟੀਟਿਊਟਾਂ ਦਾ ਕੋਰਸ ਲਿਆ ਸੀ, ਸਾਡੀ ਤਿਆਰੀ ਕਿਉਂ ਨਹੀਂ ਚੰਗੀ ਤਰ੍ਹਾਂ ਹੋਈ। ਤਿਆਰੀ ਕਿੱਥੋਂ ਚੰਗੀ ਤਰ੍ਹਾਂ ਹੋਣੀ ਸੀ? ਪਹਿਲੇ ਨੇ ਉੱਪਰੋਂ ਕਰਾਤਾ, ਉਹਦਾ ਕੋਰਸ ਛੱਡ ਕੇ ਦੂਜੇ ਦਾ ਲੈ ਲਿਆ, ਉਹਨੇ ਵੀ ਉੱਪਰੋਂ ਕਰਾਤਾ। ਫੇਰ ਪਤਾ ਕੀ ਕਰਦੇ ਆ, ਜਦੋਂ ਮੇਰਾ ਕੋਈ ਕੋਰਸ ਬਾਏ ਕਰਦਾ ਉਦੋਂ ਵੀ ਮੈਨੂੰ ਕਈਆਂ ਦੇ ਫੋਨ ਆਉਂਦੇ ਆ, ਸਰ ਪੋਲਿਟੀ ਤਾਂ ਮੈਨੂੰ ਆਉਂਦੀ ਹੈ, ਮੈਂ ਉੱਥੋਂ ਕਰੀ ਹੋਈ ਹੈ। ਮੈਂ ਕਹਿੰਦਾ ਹੁੰਦਾ ਕਿ ਬਈ ਠੀਕ ਆ, ਤੂੰ ਕਰੀ ਆ ਨਾ, ਪਹਿਲਾਂ ਘਟਨਾ ਚੱਕਰ ਦੇ MCQs ਲਾ ਕੇ ਦੇਖ ਜਾਂ ਫਲਾਣੀ ਕਿਤਾਬ ਦੇ MCQs ਲਾ ਕੇ ਦੇਖ, ਤੈਨੂੰ ਆਉਂਦੇ ਆ। ਇਟ ਮੀਨਸ ਕਰੇ ਹੋਏ ਸੀਗੀ, ਪੋਲਿਟੀ ਕਰੀ ਹੋਈ ਆ, ਸਵਾਲ ਨਹੀਂ ਨਿਕਲ ਰਹੇ ਕਿਉਂਕਿ ਉਹ ਉੱਪਰੋਂ ਕਰਾਈ ਹੋਈ ਆ। ਫੰਡਾਮੈਂਟਲ ਰਾਈਟਸ ਦੀ ਡਿਟੇਲ ਤੱਕ ਤਾਂ ਕਦੀ ਗਏ ਨਹੀਂ। ਜੇ ਡਿਟੇਲ ਤੱਕ ਨਹੀਂ ਕਦੀ ਗਏ ਤਾਂ ਫਿਰ ਆਰਟੀਕਲ 15 ਤੇ 16 ਨਾਲ ਸੰਬੰਧਿਤ ਜਿੰਨੇ ਸੁਪਰੀਮ ਕੋਰਟ 'ਚ ਕੇਸ ਹੋਏ ਆ ਕਦੀ ਡਿਸਕਸ ਕੀਤੇ ਆ? ਅਗਲੇ ਫੱਟ ਚੱਕ ਕੇ PPSC ਵਾਲੇ ਪਾ ਦਿੰਦੇ ਆ। ਕੌਂਸਟੀਟਿਊਸ਼ਨ ਦੀ ਰਿਫੋਰਮਸ ਤੇ ਵਰਕਿੰਗ ਕਮੇਟੀ 2002 'ਚ ਬਣੀ ਸੀ। ਕੌਣ ਪੜ੍ਹਾਉਂਦਾ ਹੈ? ਉਹੀ ਪੜ੍ਹਾਊਗਾ ਜਿਹਨੇ ਕੌਂਸਟੀਟਿਊਸ਼ਨ ਨੂੰ ਚੰਗੀ ਤਰ੍ਹਾਂ ਪੜ੍ਹਾਇਆ ਹੋਇਆ ਹੈ। ਦੂਜਾ ਉੱਪਰ ਦੀ ਟੱਪ ਜੂਗਾ, ਬਾਅਦ 'ਚ ਕਹਿ ਦੂਗਾ ਪਤਾ ਨਹੀਂ ਕਿੱਥੋਂ ਆ ਗਿਆ ਕੁਐਸਚਨ, ਉਹਦਾ ਕਦੀ ਜ਼ਿਕਰ ਨਹੀਂ ਕਰਨਗੇ। ਉਹ ਸੌਖੇ ਕੁਐਸਚਨਾਂ ਦਾ ਹੂ ਵਾਜ਼, ਵੈਨ ਵਾਜ਼, ਉਹ ਜੀ ਹੂ ਕੇਮ, ਹੂ ਗੋ, ਇਹੋ ਜਿਹੇ ਸਵਾਲਾਂ ਨੂੰ ਕਹਿਣਗੇ ਕਿ ਤੁਹਾਨੂੰ ਦੇਖੋ ਸਾਡੇ ਕਿਰਾਏ 'ਚੋਂ ਆ ਗਏ। ਉਹ ਤਾਂ ਭਾਈ ਸਭ ਨੂੰ ਪਤਾ ਹੈ। ਕਿੰਨੇ ਜਾਣੇ ਇਹ ਕਲੇਮ ਕਰਨਗੇ ਕਿ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਗੁਰਦੁਆਰਾ ਜਿਹੜਾ ਹੈ ਉਹ ਅੰਮ੍ਰਿਤਸਰ 'ਚ ਸਾਡੇ ਪੜ੍ਹਾਏ ਹੋਏ 'ਚੋਂ ਆ ਗਿਆ। ਦੱਸੋ ਕਹਿਣ ਵਾਲੀ ਗੱਲ ਆ ਯਾਰ? ਉਹ ਕੀ ਕਹਿਣ ਵਾਲੀ ਗੱਲ ਆ? ਆਹ ਦੇਖੋ ਜੀ ਰੀਜ਼ਨਿੰਗ ਦਾ ਸਵਾਲ ਆ, ਐਵੇਂ ਦਾ ਅਸੀਂ ਐਗਜ਼ੈਕਟ ਕਰਾਇਆ ਹੋਇਆ। ਇਹ ਕੋਈ ਕਹਿਣ ਵਾਲੀ ਗੱਲ ਆ ਕਿ ਉਹਨਾਂ ਸਵਾਲਾਂ ਨੇ ਤੁਹਾਨੂੰ ਪੇਪਰ ਕਲੀਅਰ ਕਰਾਉਣਾ ਹੈ? ਜਿਨ੍ਹਾਂ ਨੇ ਪੇਪਰ ਕਲੀਅਰ ਕਰਾਉਣਾ ਤੁਸੀਂ ਉਹਨਾਂ ਤੱਕ ਪਹੁੰਚੋ, ਉਹਨਾਂ ਦੇ ਸਵਾਲ ਪੁੱਛੋ ਅਗਲੇ ਨੂੰ ਕਿ ਆਹ ਦੱਸੋ ਕਿੱਥੇ ਪਿਆ ਹੈ।
ਆਹ ਚੀਜ਼ ਕਿੱਥੇ ਪਈ ਹੈ ਤੁਹਾਡੀ, ਇੰਨੀ ਡਿਟੇਲ 'ਚ ਜਾ ਕੇ ਆਹ ਚੀਜ਼ ਕਿੱਥੇ ਆ, ਤੁਸੀਂ ਕਿਵੇਂ ਕਰਾਈ ਇਹ ਚੀਜ਼। ਚਲੋ ਨਹੀਂ ਕਰਾਈ, ਐਗਜ਼ੈਕਟ ਨਹੀਂ ਕਰਾਈ, ਇਹਦੇ ਤੱਕ ਸਾਨੂੰ ਪਹੁੰਚਾਇਆ ਕਿਵੇਂ ਆ, ਤੁਸੀਂ ਦੱਸੋ ਤਾਂ ਸਹੀ। ਸੋ ਆਹ ਬੈਚ ਆ, ਇਹਦੇ 'ਚ ਵੀ ਬਸ ਉਹੀ ਭਗਤ ਜਨ ਜਿਹੜੇ ਆ ਉਹ ਪਹੁੰਚਣ ਇਸ ਬੈਚ ਤੱਕ ਜਿਨ੍ਹਾਂ ਨੂੰ ਲੱਗਦਾ ਹੈ ਕਿ ਯਾਰ ਇੱਕ ਵਾਰੀ ਚੰਗੀ ਤਰ੍ਹਾਂ ਤਿਆਰੀ ਕਰਨੀ ਪੈਣੀ ਹੈ, ਅਤੇ ਸਪੈਸ਼ਲੀ ਉਹਨਾਂ ਸਬਜੈਕਟਾਂ ਦੀ ਜਿਹੜੇ ਤੁਹਾਨੂੰ ਲੱਗਦਾ ਇੱਕ ਵਾਰ ਕੀਤੇ ਆ। ਅਤੇ ਹਾਂ, ਇਸ ਕੋਰਸ ਜੇ ਤੁਹਾਨੂੰ ਲੱਗਦਾ ਕਿ ਇਹਦੀ ਅਸੀਂ ਪੋਲਿਟੀ ਵਿੱਚ ਕੀਤੀ ਆ, ਘਟਨਾ ਚੱਕਰ, ਦ੍ਰਿਸ਼ਟੀ IAS ਦੀਆਂ ਕਿਤਾਬਾਂ ਕਰਕੇ ਦੇਖੋ ਕਿ ਆਉਂਦੀਆਂ ਤੁਹਾਨੂੰ। ਫਿਰ ਉਸ ਤੋਂ ਬਾਅਦ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜੇ ਬੰਦੇ ਨੇ ਸਾਡੀ 1-2 ਡੈਮੋਜ਼ ਇਹਦੇ 'ਚੋਂ ਲਾ ਲਈਆਂ, ਕੱਢਣ ਪਾਉਣ ਨੂੰ ਤਾਂ ਤੁਹਾਨੂੰ 1-2 ਵੀਡੀਓਜ਼ 'ਚ ਹੀ ਪਤਾ ਲੱਗ ਜਾਂਦਾ ਹੈ ਕਿ ਹਾਂ ਇਹ ਉਸ ਡੈਪਥ ਤੱਕ ਦਾ ਪੜ੍ਹਾ ਰਹੇ ਹੈ ਕਿ ਨਹੀਂ ਪੜ੍ਹਾ ਰਹੇ, ਉੱਥੋਂ ਕਲੀਅਰ ਹੁੰਦੀ ਹੈ ਗੱਲ। ਬਾਕੀ ਜੇ ਇਸ ਕੋਰਸ ਬਾਰੇ ਕੁਛ ਵੀ ਜਾਣਕਾਰੀ ਲੈਣੀ ਹੋਊਗੀ ਤਾਂ ਇਸ ਨੰਬਰ 'ਤੇ ਕਾਲ ਕਰ ਲਓ, ਸਾਡੀ ਟੀਮ ਦਾ ਨੰਬਰ ਆ, ਆਹ ਨੰਬਰ ਮੇਰਾ ਹੈਗਾ, ਇਹਦੇ 'ਤੇ WhatsApp ਕਰਕੇ PPSC ਲਿਖ ਕੇ ਭੇਜ ਦਿਓ, ਠੀਕ ਆ। ਮੈਂ ਤੁਹਾਨੂੰ ਆਪ ਰਿਪਲਾਈ, ਵੈਸੇ ਮੈਂ ਤੁਹਾਨੂੰ ਸਹੀ ਸਲਾਹ ਦਿੱਤਾ, ਤੁਸੀਂ ਇਹਦੇ 'ਤੇ ਨੰਬਰ 'ਤੇ ਕਾਲ ਕਰਕੇ ਟਾਈਮ ਲੈ ਸਕਦੇ ਹੋ, ਜਾਂ ਐਪ ਡਾਊਨਲੋਡ ਕਰਕੇ ਐਪ 'ਚ ਪਰਸਨਲ ਮੈਸੇਜ ਡਰੋਪ ਕਰ ਦਿਓ। ਤਾਂ ਓਬਵੀਅਸ ਜੀ ਗੱਲ ਆ, ਜਦੋਂ ਮੈਂ ਫ੍ਰੀ ਹੋਊਂਗਾ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਗੱਲ ਕਰੂੰਗਾ, ਕਿਉਂਕਿ ਬਹੁਤ ਸਾਰੇ ਬੈਚਿਸ ਚਲਾਉਣ ਕਰਕੇ, ਇਕੱਲਾ ਹੋਣ ਕਰਕੇ ਸਾਡੇ ਵਾਸਤੇ ਪੋਸੀਬਲ ਨਹੀਂ ਹੁੰਦਾ ਕਿ ਹਰ ਟਾਈਮ ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇ ਸਕੀਏ। ਇਹ ਸਾਡਾ ਕੋਈ ਐਟੀਟਿਊਡ ਨਹੀਂ ਹੈਗਾ, ਸਾਡੀ ਮਜਬੂਰੀ ਆ, ਸਾਡੇ ਕੋਲ ਸੰਸਾਧਨਾਂ ਦੀ ਕਮੀ ਆ, ਜਾਂ ਤੁਸੀਂ ਇਹ ਕਹਿ ਲਓ ਕਿ ਅਸੀਂ ਕੋਈ ਬਹੁਤ ਵੱਡੇ ਪਲੇਟਫਾਰਮ ਨਹੀਂ ਹੈਗੇ। ਪਰ ਹਾਂ, 2016 ਤੋਂ ਪੜ੍ਹਾਉਣ ਲੱਗਿਆ ਸੀਗਾ, PPSC ਦੀ ਤਿਆਰੀ ਨਾਲ ਜਾਂ ਪੰਜਾਬ ਦੇ ਪੇਪਰਾਂ ਦੀ ਤਿਆਰੀ ਨਾਲ, ਚਾਹੇ ਉਹ PSSB ਹੈ ਚਾਹੇ PPSC ਹੈ, ਕੁਆਲਿਟੀ ਨਾਲ ਕਦੇ ਕੰਪਰੋਮਾਈਜ਼ ਨਹੀਂ ਕੀਤਾ, ਠੀਕ ਆ। ਸਪੈਸ਼ਲੀ ਜੇ ਹੋਇਆ ਵੀ ਆ ਤਾਂ ਉਸ ਚੀਜ਼ ਨੂੰ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਉਹਦੇ ਤੋਂ ਕੁਝ ਚੰਗਾ ਹੀ ਕਰਕੇ ਦਿਖਾਵਾਂ। ਤੁਸੀਂ ਜੇ ਕਿਸੇ ਨੇ ਮੇਰਾ, ਤੁਹਾਡੇ 'ਚੋਂ ਬਹੁਤਿਆਂ ਕੋਲ, ਕਈਆਂ ਕੋਲ ਮੇਰਾ ਰਿਕਾਰਡਡ ਕੋਰਸ ਆ, ਉਸ ਰਿਕਾਰਡਡ ਕੋਰਸ ਨਾਲ ਮੇਰੀਆਂ ਨਵੀਆਂ ਵੀਡੀਓਜ਼ ਨੂੰ ਕੰਪੇਅਰ ਕਰਕੇ ਦੇਖੋ ਕਿ ਇੱਕ ਬੰਦਾ ਹਰ ਸਾਲ ਆਪਣੇ ਆਪ 'ਚ ਕਿੰਨਾ ਤਕੜਾ ਸੁਧਾਰ ਲੈ ਕੇ ਆ ਰਿਹਾ ਹੈ। ਹਰ ਵਾਰ ਉਹ PPSC ਦੇ ਨਵੇਂ ਬਦਲਦੇ ਹੋਏ ਰੁੱਖ ਨੂੰ ਬਦਲਦਾ ਹੈ, PSSB ਦੇ ਬਦਲੇ ਹੋਏ ਰੁੱਖ ਨੂੰ ਬਦਲਦਾ ਹੈ, ਅਤੇ ਉਹਦੇ ਅਕੋਰਡਿੰਗ ਆਪਣੀ ਤਿਆਰੀ ਬੱਚਿਆਂ ਨੂੰ ਪਲਾਨ ਦੱਸਦਾ ਹੈ। ਮੈਂ ਬਹੁਤ ਸਟੂਡੈਂਟਸ ਆ ਜਿਹੜੇ ਮੇਰੇ ਨਾਲ ਇਨਰੋਲਡ ਵੀ ਨੇ, ਅਤੇ ਜਾਂ ਕਈ ਵਾਰੀ ਵੈਸੇ ਵੀ ਆ ਜਾਂਦੇ ਆ, ਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਬ ਇੰਸਪੈਕਟਰ ਵਰਗੇ ਪੇਪਰ ਜਿਹੜੇ ਆ ਨਾ, ਉਹ ਜਾਂ ਹੋਰ ਵੀ ਪੇਪਰ PSSB ਦੇ PPSC ਦੇ ਬਹੁਤੇ ਜ਼ਿਆਦਾ ਪੇਪਰ ਜਿਹੜੇ ਆ ਨਾ, ਉਹ ਸਲਾਹ ਨਾਲ, ਸਟ੍ਰੈਟਜੀ ਨਾਲ ਨਿਕਲਦੇ ਆ। ਮੇਰੇ ਉਹਨਾਂ ਸਟੂਡੈਂਟਸ ਨੂੰ ਪੁੱਛ ਕੇ ਦੇਖੋ ਜਿਹੜੇ ਮੇਰੇ ਕੋਲ 2017-18 ਦੇ ਪੜ੍ਹ ਰਹੇ ਆ, ਅਤੇ ਉਹਨਾਂ ਦੇ ਜਦੋਂ ਮੈਨੂੰ ਫੋਨ ਆਏ ਅੱਜ ਕਿ ਹਾਂਜੀ ਉਦੋਂ ਕਲਾਸਾਂ ਲਾਈਆਂ ਸੀ, ਅੱਜ ਉਹ ਕਲਾਸਾਂ ਵੀ ਕੰਮ ਆ ਗਈਆਂ, ਕਿਉਂਕਿ ਬਹੁਤ ਸਾਰੇ ਕਰੰਟ ਅਫੇਅਰ ਕਹਿੰਦੇ 2-2, 2.5-2.5 ਸਾਲ ਪੁਰਾਣੇ ਸੀਗੇ। ਸ਼ਾਂਤਾ ਕੁਮਾਰੀ ਇੱਕ ਐਗਜ਼ਾਮਪਲ ਦਿੱਤਾ ਮੈਂ ਤੁਹਾਨੂੰ, ਸ਼ਾਂਤਾ ਕੁਮਾਰ ਕਮੇਟੀ। ਸੋ ਇਹਨਾਂ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਹੈ। ਸੋ ਉਮੀਦ ਕਰਦਾ ਕਿ ਤੁਹਾਨੂੰ ਕੱਟ ਆਫ ਅਤੇ ਕੱਟ ਆਫ ਤੋਂ ਬਿਨਾਂ ਹੋਰ ਇੱਧਰ ਉੱਧਰ ਦੀਆਂ ਗੱਲਾਂ ਵੀ ਸਹੀ ਲੱਗੀਆਂ ਹੋਣਗੀਆਂ। ਬਾਕੀ ਦੇਖੋ, ਤੁਹਾਡਾ ਇਹ ਮੇਰੇ ਨਿੱਜੀ ਵਿਚਾਰ ਸੀਗੇ ਤਿਆਰੀ ਨੂੰ ਲੈ ਕੇ, ਤੁਹਾਡੇ ਆਪਣੇ ਵਿਚਾਰ ਇਹਦੇ ਤੋਂ ਅੱਡ ਵੀ ਹੋ ਸਕਦੇ ਆ। ਤੁਸੀਂ ਮੇਰੀਆਂ ਕਹੀਆਂ ਹੋਈਆਂ ਗੱਲਾਂ ਨੂੰ ਖਾਰਜ ਵੀ ਕਰ ਸਕਦੇ ਹੋ, ਇਹਦੇ 'ਚ ਕੋਈ ਦੋ ਰਾਏ ਨਹੀਂ, ਖਾਰਜ ਵੀ ਕਰ ਸਕਦੇ ਹੋ। ਬਟ ਹਾਂ, ਤੁਹਾਨੂੰ ਕਿਤੇ ਨਾ ਕਿਤੇ ਇੱਕ ਗੱਲ ਮੰਨਣੀ ਪਊਗੀ ਕਿ ਕੁਛ ਨਾ ਕੁਛ ਤਾਂ ਸੱਚ ਹੈ ਹੀ ਇਹਦੇ 'ਚ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ, ਧੰਨਵਾਦ।